ਹੈਲੋ एवरीवन। ਅੱਜ ਆਪਾਂ ਸਟਾਰਟ ਕਰਾਂਗੇ ਜੀ ਪੀਪੀਐਸਸੀ ਦੇ ਲਈ ਪੋਲਿਟੀ ਦੇ ਕੁਝ ਪ੍ਰੀਵੀਅਸ ਈਅਰ ਐਮਸੀਕਿਊਜ਼ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਇਹ ਤੋਂ ਤੁਹਾਨੂੰ ਥੋੜਾ ਆਈਡੀਆ ਹੋ ਜਾਏਗਾ ਕਿ ਕਿੱਦਾਂ ਦੇ ਕੁਐਸਚਨ ਪੈਟਰਨ ਕਿੱਦਾਂ ਦਾ ਆਂਦਾ ਹੈ ਜੀ ਪੇਪਰ ਦੇ ਵਿੱਚ। ਠੀਕ ਹੈ ਜੀ, ਚਲੋ ਫਿਰ ਸਟਾਰਟ ਕਰਦੇ ਹਾਂ। ਸਾਰੇ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਨੇ ਜੀ ਪੋਲਿਟੀ ਦੇ। ਠੀਕ ਹੈ ਜੀ, ਲੈਕਚਰ ਸਪੈਸੀਫਾਈਡ ਹੋਏਗਾ ਪ੍ਰੀਵੀਅਸ ਈਅਰ ਐਮਸੀਕਿਊਜ਼ ਪੋਲਿਟੀ ਦੇ, ਸਿਰਫ ਪੋਲਿਟੀ ਦੇ। ਠੀਕ ਹੈ ਜੀ, ਚਲੋ ਸ਼ੁਰੂ ਕਰਦੇ ਹਾਂ ਜੀ। ਫਸਟ ਕੁਐਸਚਨ ਤੁਹਾਡੇ ਅੱਗੇ ਹੈਗਾ ਜੀ, ਅੰਡਰ ਦ ਕਨਸਟੀਟਿਊਸ਼ਨ ਆਫ ਇੰਡੀਆ ਵਿਚ ਵਨ ਆਫ ਦ ਫੋਲੋਇੰਗ ਇਜ਼ ਨॉट। ਪਹਿਲੀ ਗੱਲ ਤਾਂ ਨॉट ਪੁੱਛਿਆ ਹੋਇਆ, ਨॉट ਅ ਫੰਡਾਮੈਂਟਲ ਡਿਊਟੀ। ਫੰਡਾਮੈਂਟਲ ਡਿਊਟੀ ਬਾਰੇ ਗੱਲ ਕੀਤੀ ਗਈ ਹੈ ਕਿ ਤੁਹਾਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚੋਂ ਪੁੱਛਿਆ ਗਿਆ ਕਿ ਕਿਹੜੀ ਇਹਨਾਂ ਦੇ ਵਿੱਚੋਂ ਫੰਡਾਮੈਂਟਲ ਡਿਊਟੀ ਨਹੀਂ ਹੈਗੀ। ਚਲੋ ਜੀ ਵਨ ਬਾਈ ਵਨ ਆਪਾਂ ਪਹਿਲਾਂ ਆਪਸ਼ਨ ਨੂੰ ਦੇਖ ਲੈਂਦੇ ਹਾਂ। ਫਸਟ ਆਪਸ਼ਨ ਹੈਗੀ ਹੈ ਜੀ ਟੂ ਵੋਟ ਇਨ ਪਬਲਿਕ ਇਲੈਕਸ਼ਨ। ਸੈਕਿੰਡ ਹੈਗੀ ਹੈ ਟੂ ਡੈਵਲਪ ਦਾ ਸਾਇੰਟੀਫਿਕ ਟੈਂਪਰ। ਥਰਡ ਹੈਗੀ ਹੈ ਜੀ ਸੇਫਗਾਰਡ ਕਰਨਾ ਪਬਲਿਕ ਪ੍ਰੋਪਰਟੀ ਨੂੰ। ਤੇ ਫੋਰਥ ਹੈਗੀ ਹੈ ਜੀ ਆਪਾਂ ਨੇ ਕਨਸਟੀਟਿਊਸ਼ਨ ਤੇ ਉਹਦੇ ਆਈਡਲਸ ਦੀ ਕੀ ਕਰਨੀ ਹੈ ਜੀ, ਰਿਸਪੈਕਟ ਕਰਨੀ ਹੈ। ਅਗਰ ਤਾਂ ਦੇਖੋ ਤੁਸੀਂ ਫੰਡਾਮੈਂਟਲ ਡਿਊਟੀਜ਼ ਨੂੰ ਇੱਕ ਵਾਰ ਪੜ੍ਹਿਆ ਹੋਏਗਾ ਤਾਂ ਤੁਸੀਂ ਈਜ਼ੀਲੀ ਇਸ ਕੁਐਸਚਨ ਦਾ ਆਨਸਰ ਕਰ ਲਓਗੇ। ਬਟ ਅਗਰ ਤੁਸੀਂ ਸਿਰਫ ਵੈਸੇ ਬੇਸਿਕ ਚੀਜ਼ਾਂ ਹੀ ਪੜ੍ਹੀਆਂ ਹੋਈਆਂ ਨੇ ਤਾਂ ਤੁਹਾਨੂੰ ਥੋੜੀ ਜਿਹੀ ਡਿਫਿਕਲਟੀ ਆਏਗੀ। ਤਾਂ ਦੇਖੋ ਜੀ ਫੰਡਾਮੈਂਟਲ ਡਿਊਟੀਜ਼ 11 ਨੇ ਟੋਟਲ। ਇੱਕ ਤਾਂ ਇਹ ਯਾਦ ਰੱਖਿਓ ਜੀ, टोटल 11 फंडामेंटल ड्यूटीज़ ने और 51A आर्टिकल है जी अपना वो फंडामेंटल ड्यूटी दे नाल एसोसीएट है। और 42nd अमेंडमेंट 1976 के थ्रू फंडामेंटल जिहड़ियां ड्यूटीज़ ने वो कॉन्स्टिट्यूशन दे विच पाईयां गईयां सीगियां। और स्वर्ण सिंह कमेटी की रिकमेंडेशन दे नाल फंडामेंटल ड्यूटी का जिहड़ा कंसैप्ट सीगा सामने आया सीगा। तां इहदे विचों तुसीं सारियां फंडामेंटल ड्यूटी नूं याद नहीं करना हैगा, कोई रटना नहीं हैगा, बट एक बार पढ़ना जरूर है। ऐदा क्वेश्चन आ जांदा हुंदा कि देखो जी जिद्दां तुहाडे सामने कि इन्हां विचों किहड़ी फंडामेंटल ड्यूटी नहीं हैगी। तो इहदे विचों जी जिहड़ा आंसर नॉट पुछिया तो अपना आंसर की होएगा जी, सही आंसर हैगा टू वोट इन पब्लिक इलैक्शन। ठीक है जी, साइंटिफिक टैंपर बारे भी गल कीती हुई है जी फंडामेंटल ड्यूटी दे विच। पब्लिक प्रॉपर्टी नूं सेफगार्ड दी भी गल कीती हुई है फंडामेंटल ड्यूटी दे विच। और कॉन्स्टिट्यूशन ते नूं रिस्पैक्ट करनी, उहदे आइडल्स नूं इहदे बारे भी गल कीती हुई है। ठीक है जी, तो इहदा जिहड़ा आंसर होएगा अपने पास वो की होएगा जी ए। नैक्सट क्वेश्चन अपना हैगा जी फाइनांस कमीशन बारे। ठीक है जी, लिखिया होया जी क्वेश्चन है द प्राइमरी फंक्शन ऑफ फाइनांस कमीशन का जिहड़ा प्राइमरी फंक्शन है वो की है जी, इहदे बारे गल कीती हुई है। ਆਪਾਂ वन बाय वन ऑप्शन चेक करते हैं। डिस्ट्रीब्यूट रेवन्यू बिटवीन स्टेट एंड सेंटर, स्टेट और सेंटर ਦੇ ਵਿੱਚ रेवन्यू ਨੂੰ डिस्ट्रीब्यूट करना। प्रिपेयर द एनुअल बजट, हर साल ਦੇ ਵਿੱਚ बजट ਨੂੰ प्रिपेयर करना। एडवाइस द प्रेजिडेंट ऑन फाइनैंशियल मैटर्स ਦੇ ਉੱਪਰ प्रेजिडेंट ਨੂੰ एडवाइस करना। या एलोकेट करना फंड्स टू वेरीअस मिनिस्ट्रीज ऑफ द यूनियन एंड स्टेट गवर्नमेंट्स। ਤਾਂ ਦੇਖੋ ਜੀ ਇਹਨਾਂ ਨੇ ਕੀ ਪੁੱਛਿਆ, ਕੁਐਸਚਨ ਹੈਗਾ ਜੀ ਪ੍ਰਾਇਮਰੀ ਫੰਕਸ਼ਨ ਬਾਰੇ ਗੱਲ ਕੀਤੀ ਹੋਈ ਹੈ ਜੀ ਫਾਈਨਾਂਸ ਕਮਿਸ਼ਨ ਦੀ। ਤਾਂ ਦੇਖੋ ਜੀ ਫਾਈਨਾਂਸ ਕਮਿਸ਼ਨ ਬਾਰੇ ਵੀ ਆਪਾਂ ਥੋੜੀ ਚਰਚਾ ਕਰ ਲੈਂਦੇ ਆ। ਤਾਂ ਫਸਟ ਆਫ ਆਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ 280 ਆਰਟੀਕਲ ਹੈ ਉਹ ਕਿਹਦੇ ਨਾਲ ਡੀਲ ਕਰਦਾ ਹੈ ਜੀ, ਆਪਣਾ ਫਾਈਨਾਂਸ ਕਮਿਸ਼ਨ ਦੇ ਨਾਲ ਡੀਲ ਕਰਦਾ ਹੈ। ਫਾਈਨਾਂਸ ਕਮਿਸ਼ਨ ਨੂੰ ਹਰ 5 ਸਾਲ ਬਾਅਦ ਪ੍ਰੈਜ਼ੀਡੈਂਟ ਕੀ ਕਰਦੇ ਨੇ ਜੀ, ਅਪਾਇੰਟ ਕਰਦੇ ਨੇ। ਹੁਣ ਰੀਸੈਂਟ 15th ਜਿਹੜਾ 15ਵਾਂ ਜਿਹੜਾ ਆਪਣਾ ਫਾਈਨਾਂਸ ਕਮਿਸ਼ਨ ਹੈ ਉਹ ਚੱਲ ਰਿਹਾ ਹੈ, ਉਹਦੇ ਚੇਅਰਮੈਨ ਕੌਣ ਨੇ ਜੀ ਉਹ ਤੁਸੀਂ ਮੈਨੂੰ ਦੱਸੋਗੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਫਾਈਨਾਂਸ ਕਮਿਸ਼ਨ ਦੀ, ਜਿਹੜੀ ਇਹਨਾਂ ਨੇ ਪ੍ਰਾਇਮਰੀ ਫੰਕਸ਼ਨ ਪੁੱਛਿਆ ਹੋਇਆ ਜੀ ਕੀ ਹੈ, ਤਾਂ ਪ੍ਰਾਇਮਰੀ ਫੰਕਸ਼ਨ ਕੀ ਹੈ ਜੀ, ਡਿਸਟ੍ਰੀਬਿਊਟ ਦਾ ਰੈਵਨਿਊ ਬਿਟਵੀਨ ਸਟੇਟ ਐਂਡ ਸੈਂਟਰ। ਹਾਂਜੀ, ਮੇਨ ਜਿਹੜਾ ਫਾਈਨਾਂਸ ਕਮਿਸ਼ਨ ਦਾ ਮੇਨ ਕੰਮ ਇਹੀ ਹੁੰਦਾ ਜੀ, ਉਹਨੇ ਉਹ ਸਟ੍ਰੈਟਜੀ ਔਰ ਪਲੈਨਿੰਗ ਤਿਆਰ ਕਰਨੀ ਹੁੰਦੀ ਹੈ ਜਿਸ ਦੇ ਤਹਿਤ ਸਟੇਟ ਔਰ ਸੈਂਟਰ ਦੇ ਵਿੱਚ ਜਿਹੜਾ ਰੈਵਨਿਊ ਦਾ ਕੀ ਹੋ ਸਕੇ, ਡਿਸਟ੍ਰੀਬਿਊਸ਼ਨ ਹੋ ਸਕੇ। ਇਹ ਮੇਨ ਕੀ ਹੁੰਦਾ ਜੀ, ਕੰਮ ਹੁੰਦਾ ਫਾਈਨਾਂਸ ਕਮਿਸ਼ਨ ਦਾ। ਪ੍ਰੈਜ਼ੀਡੈਂਟ ਹਰ 5 ਸਾਲ ਬਾਅਦ ਕੀ ਕਰਦੇ ਨੇ, ਫਾਈਨਾਂਸ ਕਮਿਸ਼ਨ ਨੂੰ ਅਪਾਇੰਟ ਕਰਦੇ ਨੇ। ਠੀਕ ਹੈ ਜੀ, ਤਾਂ ਇਹ ਵੀ ਚੀਜ਼ ਧਿਆਨ ਰੱਖਣੀ ਇੰਪੋਰਟੈਂਟ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ। अगला क्वेश्चन हैगा जी अपना द पार्लीमेंट कैन मेक एनी लॉ फॉर द होल और एनी पार्ट ऑफ इंडिया फॉर इंप्लीमेंटिंग द इंटरनेशनल ट्रीटीज़। ठीक है जी, तो गल कीती हुई है कि की पार्लीमेंट कुछ पार्ट के लिए, कंट्री के कुछ पार्ट के लिए कानून बना सकता, या फिर होल पार्ट के लिए कानून बना सकता इंटरनेशनल ट्रीटीज़ के उपर। ठीक है जी, तो देखो वन बाय वन ऑप्शन देखते हैं जी। अगर उन्होंने सेंटर ने इस तरह का कोई कानून बनाना है इंटरनेशनल ट्रीटीज़ ਨੂੰ इंप्लीमेंट करने के लिए, तो ਉਹਦੇ ਵਿੱਚ ऑप्शनस पूछे हुए ने कि की करना पेगा जी सेंटर ਨੂੰ। ठीक है, तो ये क्वेश्चन है जी। पहली ऑप्शन हैगी विद द कंसेंट ऑफ ऑल स्टेट्स, की सारी स्टेट्स की उन्होंने इजाजत लैनी पेगी, या फिर अपन मेजोरिटी ऑफ स्टेट्स की इजाजत लैनी पेगी, या फिर उन्होंने की करना पेगा जी पर्टिकुलर जिहड़ी स्टेट दे विच कानून बनाना है उस स्टेट की इजाजत लैनी पेगी, या फिर उन्होंने किसी भी स्टेट की इजाजत लैन की जरूरत नहीं हैगी। तो ये 4 ऑप्शनस ने। तो देखो जी अगर तुसी अपना पॉलिटी इशूज़ वाला अपने लैक्चर है डिस्कस किया सीगा जी, स्टडी सोल्यूशन के उपर दिता होया, तुसी इहनूं जरूर सुनियो। उहदे विच आपां ने 7th शेड्यूल नूं डिस्कस किया सीगा, जिहदे विच आपां यूनीयन लिस्ट पढ़ी सीगी। ठीक है, यूनीयन लिस्ट के जिहड़े टोटल 100 सबजैक्ट सीगे उहदे विचों आपां ने मेन देखे सीगे, जिहदे विच रेलवे सीगा, बैंकिंग सीगा, फॉरेन अफेयर्स सीगा, डिफेंस सीगा।
ਤਾਂ ਹੁਣ ਫੋਰਨ ਅਫੇਅਰ ਦੀ ਗੱਲ ਆ ਰਹੀ ਹੈ, ਫੋਰਨ ਅਫੇਅਰ ਕਿਹਦੇ ਇੰਟਰਨੈਸ਼ਨਲ ਟ੍ਰੀਟੀਜ਼ ਕਿਹਦੇ ਵਿੱਚ ਆ ਜਾਣਗੀਆਂ, ਫੋਰਨ ਅਫੇਅਰਸ ਦੇ ਵਿੱਚ ਹੀ ਆ ਜਾਣਗੀਆਂ। ਤਾਂ ਆਪਾਂ ਨੇ ਕੀ ਗੱਲ ਕੀਤੀ ਸੀਗੀ ਕਿ ਯੂਨੀਅਨ ਲਿਸਟ ਦੇ ਵਿੱਚ ਜਿਹੜੇ ਸਬਜੈਕਟਸ ਹੁੰਦੇ ਨੇ ਉਹਦੇ ਉੱਪਰ ਜਿਹੜਾ ਲਾਅ ਬਣਾਇਆ ਜਾਂਦਾ ਉਹ ਯੂਨੀਅਨ ਗਵਰਨਮੈਂਟ ਹੀ ਬਣਾਉਂਦੀ ਹੈ। ਤਾਂ ਕਿਉਂਕਿ ਇੰਟਰਨੈਸ਼ਨਲ ਟ੍ਰੀਟੀ ਨੂੰ ਇੰਪਲੀਮੈਂਟ ਕਰਨਾ ਹੈ ਤਾਂ ਉਹਨੂੰ ਕਿਸੇ ਵੀ ਸਟੇਟ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇਹ ਇੱਕ ਯੂਨੀਅਨ ਦਾ ਸਬਜੈਕਟ ਹੈ। ਠੀਕ ਹੈ ਜੀ, ਇੰਟਰਨੈਸ਼ਨਲ ਟ੍ਰੀਟੀ ਤਾਂ ਉਹ ਕੀ ਕਰੇਗੀ ਜੀ, ਵਿਦਾਊਟ ਐਨੀ ਕੰਸੈਂਟ ਆਫ ਸਟੇਟ ਕੀ ਕਰ ਦੇਗੀ ਜੀ, ਇੰਪਲੀਮੈਂਟ ਕਰ ਦੇਗੀ। ਠੀਕ ਹੈ ਜੀ, ਤਾਂ ਇਹ ਵੀ ਚੀਜ਼ ਧਿਆਨ ਦੇ ਵਿੱਚ ਰੱਖਿਓ। ਇੱਕ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੋਈ ਵੀ ਇੰਟਰਨੈਸ਼ਨਲ ਟ੍ਰੀਟੀ ਨੂੰ ਇੰਪਲੀਮੈਂਟ ਕਰਨ ਦੇ ਲਈ ਜਿਹੜੀ ਯੂਨੀਅਨ ਗਵਰਨਮੈਂਟ ਨੂੰ ਕਿਸੇ ਵੀ ਸਟੇਟ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈਗੀ, ਉਹ ਵਿਦਾਊਟ ਪਰਮਿਸ਼ਨ ਕੀ ਕਰੇਗੀ ਜੀ, ਉਸ ਲਾਅ ਨੂੰ ਇੰਪਲੀਮੈਂਟ ਕਰ ਦੇਗੀ। ਠੀਕ ਹੈ ਜੀ, ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਹੈਗਾ ਜੀ ਆਪਣੇ ਸਾਹਮਣੇ, ਦਾ ਕਨਸਟੀਟਿਊਸ਼ਨ ਆਫ ਇੰਡੀਆ ਐਮਪਾਵਰਸ ਦਾ ਸੁਪਰੀਮ ਕੋਰਟ ਆਫ ਇੰਡੀਆ ਟੂ ਐਜੂਕੇਟ ਦ ਡਿਸਪਿਊਟ ਬਿਟਵੀਨ ਸੈਂਟਰ ਐਂਡ ਸਟੇਟ ਥਰੂ। ਹਾਂਜੀ, ਤਾਂ ਪੋਲਿਟੀ ਇਸ਼ੂਜ਼ ਵਾਲਾ ਅਗਰ ਤੁਸੀਂ ਲੈਕਚਰ ਧਿਆਨ ਨਾਲ ਸੁਣਿਆ ਹੋਏਗਾ ਜੀ, ਤਾਂ ਉਹਦੇ ਵਿੱਚ ਵੀ ਆਪਾਂ ਨੇ ਇਹ ਚੀਜ਼ ਬਾਰੇ ਚਰਚਾ ਕੀਤੀ ਸੀਗੀ। ਠੀਕ ਹੈ ਜੀ, ਸੁਪਰੀਮ ਕੋਰਟ ਦੀਆਂ ਪਾਵਰਸ ਬਾਰੇ ਗੱਲ ਕੀਤੀ ਹੋਈ ਹੈ ਜੀ, ਕਿ ਜਦੋਂ ਸੁਪਰੀਮ ਕੋਰਟ ਨੇ ਡਿਸਪਿਊਟ ਨੂੰ ਸੁਲਝਾਉਣਾ ਹੁੰਦਾ, ਕਿਸੇ ਵੀ ਝਗੜੇ ਨੂੰ ਨਿਪਟਾਉਣਾ ਹੁੰਦਾ, ਡਿਸਪੋਜ਼ ਆਫ ਕਰਨਾ ਹੁੰਦਾ ਬਿਟਵੀਨ ਸੈਂਟਰ ਐਂਡ ਸਟੇਟ, ਤਾਂ ਇਹ ਜਿਹੜੀ ਸੁਪਰੀਮ ਕੋਰਟ ਦੇ ਕਿਹੜੇ ਜੁਡੀਕਸ਼ਨ ਦੇ ਅੰਡਰ ਆਉਂਦਾ ਹੈ, ਤਾਂ ਇਹ ਕੁਐਸਚਨ ਹੈ ਜੀ। ਤਾਂ ਇਹ ਆਪਣੇ ਪੋਲਿਟੀ ਇਸ਼ੂਜ਼ ਦੇ ਵਿੱਚ ਆਪਾਂ ਨੇ ਪਾਵਰਸ ਆਫ ਸੁਪਰੀਮ ਕੋਰਟ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀਗਾ ਜੀ। ਆਪਾਂ ਰਿਟ ਜੁਡੀਕਸ਼ਨ ਵੀ ਦੇਖਿਆ ਸੀ, ਐਪਲੇਟ ਐਡਵਾਈਜ਼ਰੀ ਤੇ ਓਰੀਜਨਲ। ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੈ ਜੀ, ਉਹਨੂੰ ਦੇਖੋ ਤਾਂ ਉਹਦੇ ਨਾਲ ਤੁਹਾਡਾ ਇਹ ਜਿਹੜਾ ਕੰਸੈਪਟ ਆ ਕਾਫੀ ਡਿਟੇਲ ਦੇ ਵਿੱਚ ਕਲੀਅਰ ਹੋ ਜਾਏਗਾ। ਠੀਕ ਹੈ ਜੀ, ਤਾਂ ਦੇਖੋ ਸੁਪਰੀਮ ਕੋਰਟ ਕੀ ਕਰਦਾ ਹੈ ਜੀ, ਆਪਣੇ ਓਰੀਜਨਲ ਜੁਡੀਕਸ਼ਨ ਦੇ ਥਰੂ। ਠੀਕ ਹੈ, ਓਰੀਜਨਲ ਜੁਡੀਕਸ਼ਨ ਦੇ ਥਰੂ ਕੀ ਕਰਦਾ ਜੀ, ਕਿਸੇ ਵੀ ਅਗਰ ਸੈਂਟਰ ਔਰ ਸਟੇਟ ਦੇ ਵਿੱਚ ਕਿਸੇ ਵੀ ਮੈਟਰ ਨੂੰ ਲੈ ਕੇ ਅਗਰ ਕੋਈ ਡਿਸਪਿਊਟ ਅਰਾਈਜ਼ ਹੁੰਦਾ ਤਾਂ ਸੁਪਰੀਮ ਕੋਰਟ ਆਪਣੀ ਇਸ ਪਾਵਰ ਦੇ ਤਹਿਤ ਕੀ ਕਰਦਾ ਜੀ, ਉਸ ਝਗੜੇ ਨੂੰ ਡਿਸਪੋਜ਼ ਆਫ ਕਰਦਾ ਹੈ। ਤਾਂ ਐਦਾਂ ਹੀ ਸੁਪਰੀਮ ਕੋਰਟ ਦੀਆਂ ਕਾਫੀ ਸਾਰੀਆਂ ਪਾਵਰਸ ਨੇ। ਇੱਕ ਹੈਗੀ ਐਡਵਾਈਜ਼ਰੀ ਜੁਡੀਕਸ਼ਨ, ਜਿਹਦੇ ਵਿੱਚ ਪ੍ਰੈਜ਼ੀਡੈਂਟ ਆਰਟੀਕਲ 143 ਦੇ ਥਰੂ ਕੀ ਕਰ ਸਕਦਾ ਜੀ, ਸੁਪਰੀਮ ਕੋਰਟ ਤੋਂ ਕਿਸੇ ਵੀ ਮੈਟਰ ਦੇ ਉੱਪਰ ਸਲਾਹ ਲੈ ਸਕਦਾ। ਐਪਲੇਟ ਜੁਡੀਕਸ਼ਨ ਕੀ ਹੈ ਜੀ, ਅਗਰ ਆਪਾਂ ਕਿਸੇ ਲੋਅਰ ਕੋਰਟ ਦੀ ਜਜਮੈਂਟ ਤੋਂ ਸੈਟਿਸਫਾਈਡ ਨਹੀਂ ਹੈਗੇ ਤਾਂ ਆਪਾਂ ਹਾਇਰ ਕੋਰਟ ਦੇ ਵਿੱਚ ਉਹਦੇ ਲਈ ਕੀ ਕਰ ਸਕਦੇ ਹਾਂ, ਅਪੀਲ ਕਰ ਸਕਦੇ ਹਾਂ। ਰਿਟ ਜੁਡੀਕਸ਼ਨ ਦਾ ਆਪਾਂ ਨੂੰ ਪਤਾ ਹੀ ਹੈ ਜੀ, ਆਪਣੀਆਂ ਜਿਹੜੀਆਂ 5 ਰਿਟਸ ਨੇ ਉਹਦੇ ਰਿਲੇਟਡ ਅਗਰ ਆਪਣਾ ਕੋਈ ਫੰਡਾਮੈਂਟਲ ਰਾਈਟ ਵਾਇਲੇਟ ਹੁੰਦਾ ਹੈ ਤਾਂ ਆਪਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਉਹਦੇ ਰਿਲੇਟਡ ਪਟੀਸ਼ਨ ਪਾ ਸਕਦੇ ਹਾਂ। ਠੀਕ ਹੈ ਜੀ, ਤਾਂ ਇਹ ਵੀ ਸੀਗਾ ਆਪਣਾ ਕਿ ਸੁਪਰੀਮ ਕੋਰਟ ਸੈਂਟਰ, ਦੇਖੋ ਜੀ ਜਿਹੜਾ ਝਗੜਾ ਹੈ ਸੈਂਟਰ ਔਰ ਸਟੇਟ ਦੇ ਵਿੱਚ ਵੀ ਹੋ ਸਕਦਾ, ਮੋਰ ਦੈਨ 2 ਸਟੇਟਸ ਵੀ ਹੋ ਸਕਦਾ, ਇੱਕ ਸਾਈਡ ਸੈਂਟਰ ਤੇ ਦੂਸਰੀ ਸਾਈਡ ਮਲਟੀਪਲ ਸਟੇਟਸ ਵੀ ਹੋ ਸਕਦੀਆਂ ਨੇ। ਤਾਂ ਉਹ ਸਾਰਾ ਜਿਹੜਾ ਝਗੜੇ ਦਾ ਡਿਸਪੋਜ਼ ਆਫ ਹੋਏਗਾ ਜੀ, ਸੁਪਰੀਮ ਕੋਰਟ ਕਿਹੜੀ ਆਪਣੀ ਪਾਵਰ ਦੇ ਤਹਿਤ ਕਰਦਾ ਹੈ, ਉਹ ਹੈਗਾ ਜੀ ਆਪਣੇ ਪਾਸ ਓਰੀਜਨਲ ਜੁਡੀਕਸ਼ਨ। ਇਹ ਚੀਜ਼ ਦਾ ਧਿਆਨ ਰੱਖਿਓ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਸੁਪਰੀਮ ਕੋਰਟ ਦੀਆਂ ਪਾਵਰਸ ਦੇ ਵਿੱਚੋਂ ਜਿਹੜਾ ਕੁਐਸਚਨ ਹੈ ਉਹ ਫਰੇਮ ਹੁੰਦਾ ਹੀ ਹੁੰਦਾ ਹੈ ਰਿਟ ਦੇ ਵਿੱਚੋਂ ਜਾਂ ਪਾਵਰਸ ਦੇ ਵਿੱਚੋਂ। ਠੀਕ ਹੈ ਜੀ, ਚਲੋ ਨੈਕਸਟ ਚੱਲਦੇ ਹਾਂ ਹੁਣ ਆਪਾਂ। ਅਗਲਾ ਕੁਐਸਚਨ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਔਰ ਆਰ ਇਨਕਲੂਡ ਇਨ ਦਾ ਡੀਪੀਐਸਪੀਜ਼। ਠੀਕ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼। ਆਪਣੀ ਪੋਲਿਟੀ ਦੇ ਵਿੱਚ ਤੁਸੀਂ ਡੀਪੀਐਸਪੀਜ਼ ਪੜ੍ਹਿਆ ਹੋਏਗਾ ਜੀ। ਜਿਹੜਾ ਡੀਪੀਐਸਪੀ ਆਪਾਂ ਨੇ ਆਇਰਲੈਂਡ ਤੋਂ ਕੀ ਕੀਤੀਆਂ ਸੀਗੀਆਂ ਜੀ, ਇਹ ਫੀਚਰ ਹੈ ਜਿਹੜੀ ਬੋਰੋ ਕੀਤੀ ਸੀਗੀ। ਔਰ ਇਹ 3 ਤਰੀਕੇ ਦੀਆਂ ਆਪਣੇ ਪਾਸ ਡੀਪੀਐਸਪੀਜ਼ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ। ਹੁਣ ਕੁਐਸਚਨ ਉਹੀ ਚੀਜ਼ ਹੈ ਜੀ, ਅਗਰ ਤੁਸੀਂ ਡੀਪੀਐਸਪੀ ਥੋੜ੍ਹੀਆਂ ਡਿਟੇਲ ਦੇ ਵਿੱਚ ਧਿਆਨ ਦੇ ਨਾਲ ਪੜ੍ਹੀਆਂ ਹੋਣਗੀਆਂ ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਕਰ ਲਓਗੇ। ਅਗਰ ਤੁਸੀਂ ਨਹੀਂ ਪੜ੍ਹੀਆਂ ਹੋਣਗੀਆਂ ਤਾਂ ਤੁਸੀਂ ਇਸ ਚੀਜ਼ 'ਚ ਅਟਕ ਜਾਓਗੇ। ਠੀਕ ਹੈ ਜੀ, ਤਾਂ ਹੁਣ ਆਪਾਂ ਦੇਖਦੇ ਹਾਂ ਜੀ ਡੀਪੀਐਸਪੀ ਉਹ ਕੀ ਕਹਿ ਰਿਹਾ। ਫਸਟ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗ ਐਂਡ ਫੋਰਸਡ ਲੇਬਰ। ਕੀ ਇਹ ਡੀਪੀਐਸਪੀ ਹੈ? ਠੀਕ ਹੈ ਜੀ, ਫਸਟ ਸਟੇਟਮੈਂਟ ਤਾਂ ਇਹ ਕਹਿ ਰਹੀ ਹੈ। ਸੈਕੰਡ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਪ੍ਰੋਹਿਬਿਸ਼ਨ ਆਫ ਕੰਜ਼ੰਪਸ਼ਨ ਐਕਸੈਪਟ ਫॉर ਮੈਡੀਕਲ ਪਰਪਸ ਆਫ intoxicating drinks and of other drugs which are injurious to health। ਤਾਂ ਦੇਖੋ ਜੀ ਜਿਹੜੀ ਸੈਕੰਡ ਸਟੇਟਮੈਂਟ ਹੈ ਬਿਲਕੁਲ ਸਹੀ ਹੈ ਜੀ, ਇਹ ਡੀਪੀਐਸਪੀ ਦੇ ਅੰਡਰ ਆਂਦੀ ਹੈ ਜੀ, ਆਪਣੀ ਡੀਪੀਐਸਪੀ ਹੈ। ਔਰ ਜਿਹੜੀ ਫਸਟ ਸਟੇਟਮੈਂਟ ਹੈ ਇਹ ਜੀ ਡੀਪੀਐਸਪੀ ਨਹੀਂ ਹੈ, ਇਹ ਆਪਣਾ ਕੀ ਹੈ ਜੀ, ਫੰਡਾਮੈਂਟਲ ਰਾਈਟ ਦੇ ਵਿੱਚ ਇਹ ਚੀਜ਼ ਆਂਦੀ ਹੈ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਿਓ, ਫੰਡਾਮੈਂਟਲ ਰਾਈਟਸ ਦੇ ਵਿੱਚ ਆਂਦੀ ਹੈ ਜੀ। ਜਦੋਂ ਆਪਾਂ ਪੜ੍ਹਿਆ ਸੀਗਾ ਜੀ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਫੋਰਸਡ ਲੇਬਰ ਐਂਡ ਆਲ। ਠੀਕ ਹੈ ਜੀ, ਇਹ ਸਾਰੀ ਆਪਣੀ ਫੰਡਾਮੈਂਟਲ ਰਾਈਟ ਦੇ ਵਿੱਚ ਆਂਦਾ ਹੈ, ਆਪਣੀ ਡੀਪੀਐਸਪੀ ਨਹੀਂ ਹੈਗੀ। ਫੰਡਾਮੈਂਟਲ ਰਾਈਟਸ ਦਾ ਅਗਰ ਵਾਇਲੇਸ਼ਨ ਹੁੰਦਾ ਹੈ ਤਾਂ ਆਪਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹਾਂ। ਪਰ ਜਿਹੜੀ ਡੀਪੀਐਸਪੀ ਹੈ ਉਹਦੇ ਕੇਸ ਦੇ ਵਿੱਚ ਐਦਾਂ ਦਾ ਨਹੀਂ ਹੈਗਾ। ਇੱਕ ਗਾਈਡਲਾਈਨਸ ਨੇ, ਠੀਕ ਹੈ ਜੀ, ਇੱਕ ਪ੍ਰਿੰਸੀਪਲਸ ਨੇ। ਜਦੋਂ ਵੀ ਸਰਕਾਰ ਨੇ ਜਿਹੜੀਆਂ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ ਤਾਂ ਉਹਨਾਂ ਨੇ ਇਹ ਕੋਸ਼ਿਸ਼ ਕਰਨੀ ਹੁੰਦੀ ਹੈ, ਜਿੰਨੀਆਂ ਵੀ ਇਹ ਪ੍ਰਿੰਸੀਪਲਸ ਨੇ ਫਾਊਂਡਿੰਗ ਫਾਦਰਸ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਪਾਈਆਂ ਸੀਗੀਆਂ, ਤਾਂ ਇਹਨਾਂ ਪ੍ਰਿੰਸੀਪਲਸ ਦਾ ਵੀ ਧਿਆਨ ਰੱਖਦੇ ਹੋਏ ਆਪਣੀਆਂ ਪਾਲਿਸੀਜ਼ ਨੂੰ ਫਰੇਮ ਕਰਨਾ ਹੈ। ਠੀਕ ਹੈ ਜੀ, ਤਾਂ ਇਸ ਲਈ ਇਹ ਕੀ ਹੈ ਜੀ, ਇਹਨਾਂ ਨੂੰ ਲੈ ਕੇ ਆਪਾਂ ਕਿਸੇ ਵੀ ਕੋਰਟ ਦੇ ਵਿੱਚ ਅਪੀਲ ਨਹੀਂ ਕਰ ਸਕਦੇ ਅਗਰ ਆਪਾਂ ਨੂੰ ਕੋਈ ਵੀ ਜਿਹੜੀ ਡੀਪੀਐਸਪੀ ਨਹੀਂ ਮਿਲਦੀ। ਪਰ ਅਗਰ ਫੰਡਾਮੈਂਟਲ ਰਾਈਟ ਅਗਰ ਆਪਾਂ ਨੂੰ ਕੋਈ ਨਹੀਂ ਮਿਲਦਾ, ਆਪਣਾ ਵਾਇਲੇਟ ਹੋ ਰਿਹਾ, ਤਾਂ ਉਹਨੂੰ ਲੈ ਕੇ ਆਪਾਂ ਕਿਸੇ ਵੀ ਕੋਰਟ ਦੇ ਵਿੱਚ ਕੀ ਕਰ ਸਕਦੇ ਹਾਂ, ਪਟੀਸ਼ਨ ਪਾ ਸਕਦੇ ਹਾਂ। ਤਾਂ ਇਹ ਸੀਗਾ ਜੀ, ਤਾਂ ਫਸਟ ਨਹੀਂ ਹੈਗਾ। ਇਹਦਾ ਪੁੱਛਿਆ ਕੀ ਹੈ ਜੀ, ਇਹਨਾਂ ਵਿੱਚੋਂ ਕਿਹੜੀ ਹੈਗੀ ਹੈ, ਤੇ ਇਹਦਾ ਆਨਸਰ ਕੀ ਆ ਜਾਏਗਾ ਆਪਣੇ ਪਾਸ, ਓਨਲੀ 2। ਠੀਕ ਹੈ ਜੀ, ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ।
ਨੈਕਸਟ ਕੁਐਸਚਨ ਜੋ ਦਿੱਤਾ ਹੋਇਆ ਜੀ ਉਹ ਦਿੱਤਾ ਹੋਇਆ ਆਪਣੇ ਪਾਸ ਸਕੀਮਸ ਦੇ ਉੱਪਰ, ਠੀਕ ਹੈ ਜੀ। ਤੁਹਾਨੂੰ ਸਕੀਮਸ ਦੇ ਲੈਫਟ ਸਾਈਡ ਦੇ ਉੱਪਰ ਤੁਹਾਨੂੰ ਸਕੀਮਸ ਦੇ ਨਾਮ ਦਿੱਤੇ ਹੋਏ ਨੇ, ਦੂਸਰੀ ਸਾਈਡ ਤੇ ਤੁਹਾਨੂੰ ਉਹਨਾਂ ਦਾ ਪਰਪਸ ਦਿੱਤਾ ਹੋਇਆ ਕਿ ਇਹ ਜਿਹੜੀ ਸਕੀਮ ਹੈ ਕਿਹੜੀ ਸਕੀਮ ਕਿਹਦੇ ਨਾਲ ਰਿਲੇਟਡ ਹੈ, ਇਹਨਾਂ ਨੂੰ ਆਪਾਂ ਨੇ ਮੈਚ ਕਰਨਾ ਹੈ, ਕਰੈਕਟ ਕਿਹੜਾ ਕੋਡ ਹੈ ਉਹ ਆਪਾਂ ਨੇ ਦੱਸਣਾ ਹੈ। ਤਾਂ ਫਸਟ ਦਿੱਤੀ ਹੋਈ ਹੈ ਜੀ ਪਹਿਲ, ਠੀਕ ਹੈ ਜੀ, ਪਹਿਲ ਕਿਹਦੇ ਨਾਲ ਰਿਲੇਟਡ ਹੈ। ਸੈਕਿੰਡ ਹੈਗੀ ਹੈ ਜੀ ਆਯੁਸ਼ਮਾਨ ਭਾਰਤ, ਥਰਡ ਹੈਗੀ ਹੈ ਅੰਮ੍ਰਿਤ, ਔਰ ਫੋਰਥ ਹੈਗੀ ਹੈ ਜੀ ਮਿਸ਼ਨ ਇੰਦਰਧਨੁਸ਼। ਦੇਖੋ ਇਹਦੇ ਵਿੱਚੋਂ ਅਗਰ ਤੁਸੀਂ ਕੁਝ ਵੀ ਨਹੀਂ ਤੁਹਾਨੂੰ ਆਂਦਾ ਤਾਂ ਤੁਹਾਨੂੰ ਇੰਨਾ ਕੁ ਤਾਂ ਜ਼ਰੂਰ ਪਤਾ ਹੋਏਗਾ ਕਿ ਜਿਹੜੀ ਆਯੁਸ਼ਮਾਨ ਭਾਰਤ ਹੈ ਉਹ ਕੀ ਹੈ ਜੀ, ਆਪਣੇ ਪਾਸ ਇੱਕ ਹੈਲਥ ਕੇਅਰ ਸਕੀਮ ਹੈ, ਠੀਕ ਹੈ ਜੀ। ਤਾਂ ਜਿਹੜਾ ਇਹਦੇ ਲਈ ਹੈਲਥ ਕੇਅਰ ਸਕੀਮ ਹੈ ਜੀ, ਇਹ ਤਾਂ ਆਪਾਂ ਨੂੰ ਪਤਾ ਹੈ। ਤੇ ਉਸ ਤੋਂ ਬਾਅਦ ਅਗਰ ਇਹ ਤੁਹਾਨੂੰ ਪਤਾ ਹੈ ਤਾਂ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਜੀ ਪਹਿਲ। ਪਹਿਲ ਕੀ ਹੈ ਜੀ, ਆਪਣੇ ਪਾਸ ਇੱਕ LPG ਸਬਸਿਡੀ, ਹਾਂਜੀ ਬਿਲਕੁਲ ਸਹੀ ਹੈ ਜੀ। ਪਹਿਲ ਦੀ ਜਿਹੜੀ ਮੈਚਿੰਗ ਹੈ ਉਹ ਬਿਲਕੁਲ ਸਹੀ ਕੀਤੀ ਹੋਈ ਹੈ ਕਿ ਜਿਹੜੀ ਪਹਿਲ ਸਕੀਮ ਹੈ ਉਹ LPG ਸਬਸਿਡੀ ਹੈ। ਤਾਂ ਦੇਖੋ ਇੱਥੋਂ ਜਦੋਂ ਤੁਹਾਨੂੰ ਇੰਨਾ ਪਤਾ ਲੱਗ ਗਿਆ ਕਿ ਆਯੁਸ਼ਮਾਨ ਭਾਰਤ ਹੈ ਜਿਹੜੀ ਹੈਲਥ ਕੇਅਰ ਸਕੀਮ ਹੈ, ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਟੂ ਕੀ ਹੈ, 100% ਟਰੂ ਹੈ। ਜਦੋਂ ਸੈਕਿੰਡ ਆਪਾਂ ਨੂੰ ਪਤਾ ਲੱਗੀ ਆਪਸ਼ਨ ਟਰੂ ਹੈ ਤਾਂ ਫਸਟ ਜਿਹੜੀ ਆਪਸ਼ਨ ਆਟੋਮੈਟਿਕਲੀ ਕੀ ਹੋ ਜਾਂਦੀ ਹੈ ਜੀ, ਆਪਾਂ ਕੀ ਕਰ ਦਾਂਗੇ, ਕੱਟ ਕਰ ਦਾਂਗੇ। ਹੁਣ ਆਪਾਂ ਨੇ ਬਾਕੀ ਨੂੰ ਚੈੱਕ ਕਰਨਾ। ਇੰਦਰਧਨੁਸ਼ ਜਿਹੜਾ ਮਿਸ਼ਨ ਹੈ ਉਹ ਵੀ ਬਿਲਕੁਲ ਸਹੀ ਹੈ ਜੀ, ਵੈਕਸੀਨੇਸ਼ਨ ਪ੍ਰੋਗਰਾਮ ਦੇ ਨਾਲ ਰਿਲੇਟਡ ਹੈ। ਅਮਰੁਤ ਕੀ ਹੈ ਜੀ, ਉਹ ਵੀ ਅਰਬਨ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈ। ਤਾਂ ਇਹ ਕੀ ਨੇ, ਸਾਰੇ ਹੀ ਦੇ ਸਾਰੇ ਹੀ ਕਰੈਕਟ ਨੇ। ਤਾਂ ਇਹਦਾ ਜਿਹੜਾ ਆਨਸਰ ਆਏਗਾ ਉਹ ਆਪਣੇ ਪਾਸ ਆ ਜਾਏਗਾ ਡੀ। ਜਿਹੜਾ ਪਹਿਲ ਹੈ ਜੀ ਰੀਸੈਂਟ 2020 ਦੇ ਵਿੱਚ, ਸੌਰੀ 2021 ਦੇ ਵਿੱਚ ਕਿਸੇ ਪੇਪਰ ਦੇ ਵਿੱਚ ਇਹ ਪੁੱਛੀ ਗਈ ਹੈ ਜੀ ਕਿ ਜਿਹੜੀ ਪਹਿਲ ਸਕੀਮ ਹੈ ਕਿਹਦੇ ਨਾਲ ਰਿਲੇਟਡ ਹੈ। ਤੇ ਇਹ ਸਾਰੀਆਂ ਸਕੀਮਸ ਵੀ ਤੁਸੀਂ ਚੰਗੀ ਤਰੀਕੇ ਦੇ ਨਾਲ ਪੜ੍ਹਨੀਆਂ ਨੇ। ਸਿਰਫ ਪਰਪਸ ਪੜ੍ਹ ਲਓ ਕਿ ਕਿਹੜੀ ਸਕੀਮ ਕਿਸ ਚੀਜ਼ ਦੇ ਨਾਲ ਰਿਲੇਟਡ ਹੈ, ਇਹੀ ਚੀਜ਼ ਪੁੱਛੀ ਜਾਂਦੀ ਹੈ PPSC ਦੇ ਜਿੰਨੇ ਵੀ ਤੁਸੀਂ ਪੇਪਰ ਚੱਕ ਕੇ ਦੇਖ ਲੋਗੇ, ਠੀਕ ਹੈ ਜੀ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਇਨ ਇੰਡੀਆ ਹੂ ਇਜ਼ ਦਾ ਚੇਅਰਮੈਨ ਆਫ ਨੈਸ਼ਨਲ ਵਾਟਰ ਰਿਸੋਰਸ ਕਾਉਂਸਿਲ, ਠੀਕ ਹੈ ਜੀ। ਤਾਂ ਦੇਖੋ ਨੈਸ਼ਨਲ ਵਾਟਰ ਰਿਸੋਰਸ ਕਾਉਂਸਿਲ ਦੇ ਚੇਅਰਮੈਨ ਦੀ ਗੱਲ ਕੀਤੀ ਹੋਈ ਹੈ ਕਿ ਕੌਣ ਹੁੰਦਾ ਹੈ। ਤਾਂ ਆਪਸ਼ਨ ਕੀ ਦਿੱਤੀਆਂ ਹੋਈਆਂ ਨੇ। ਫਸਟ ਦਿੱਤਾ ਹੈ ਜੀ ਪ੍ਰਾਈਮ ਮਿਨਿਸਟਰ, ਸੈਕਿੰਡ ਦਿੱਤਾ ਹੈ ਜੀ ਮਿਨਿਸਟਰ ਆਫ ਵਾਟਰ ਰਿਸੋਰਸ, ਥਰਡ ਦਿੱਤਾ ਹੈ ਮਿਨਿਸਟਰ ਆਫ ਇਨਵਾਇਰਮੈਂਟ ਐਂਡ ਫੋਰੈਸਟ, ਤੇ ਫੋਰਥ ਦਿੱਤਾ ਹੋਇਆ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ। ਦੇਖੋ ਜੀ ਡੀ ਆਪਸ਼ਨ ਦਾ ਪਹਿਲਾਂ ਹੀ ਪਤਾ ਹੈ, ਓਬਵੀਅਸਲੀ ਨਹੀਂ ਹੋਏਗਾ। ਮਿਨਿਸਟਰ ਆਫ ਸਾਇੰਸ ਐਂਡ ਟੈਕਨੋਲੋਜੀ ਤਾਂ ਕਿਸੇ ਵੀ ਕੇਸ 'ਚ ਨਹੀਂ ਹੋ ਸਕਦਾ। ਤੇ ਵਾਟਰ ਦੀ ਗੱਲ ਹੋ ਰਹੀ ਹੈ, ਮਿਨਿਸਟਰ ਆਫ ਇਨਵਾਇਰਮੈਂਟ ਐਂਡ ਫੋਰੈਸਟ ਵੀ ਬਹੁਤ ਘੱਟ ਚਾਂਸਿਸ ਨੇ। ਤਾਂ ਰਹਿ ਗਿਆ ਜੀ ਮਿਨਿਸਟਰ ਆਫ ਵਾਟਰ ਰਿਸੋਰਸ ਜਾਂ ਪ੍ਰਾਈਮ ਮਿਨਿਸਟਰ। ਤਾਂ ਇਹਦਾ ਜੀ ਜਿਹੜਾ ਐਗਜ਼ੈਕਟ ਆਂਸਰ ਹੈ ਜੀ ਉਹ ਪ੍ਰਾਈਮ ਮਿਨਿਸਟਰ ਹੁੰਦੇ ਨੇ ਜੀ, ਨੈਸ਼ਨਲ ਵਾਟਰ ਰਿਸੋਰਸ ਕਾਉਂਸਿਲ ਦੇ ਜਿਹੜੇ ਮੇਨ ਚੇਅਰਮੈਨ ਹੁੰਦੇ ਨੇ। ਹੁਣ ਦੇਖੋ ਨੈਸ਼ਨਲ ਵਾਟਰ ਜਿਹੜੀ ਰਿਸੋਰਸ ਕਾਉਂਸਿਲ ਹੁੰਦੀ ਹੈ ਬੇਸਿਕਲੀ ਕਾਹਦੇ ਲਈ ਹੁੰਦੀ ਹੈ, ਉਹ ਵਾਟਰ ਨੂੰ ਮੈਨੇਜ ਕਰਦੀ ਹੈ। ਵਾਟਰ ਮਤਲਬ ਜਿਹੜੀ ਆਪਣੀ ਨੈਸ਼ਨਲ ਵਾਟਰ ਪਾਲਿਸੀ ਹੈ ਉਸਨੂੰ ਕਿੱਦਾਂ ਫਰੇਮ ਕਰਨਾ, ਉਹਦੇ ਵਿੱਚ ਕਿਹੜੀਆਂ ਪ੍ਰੋਵੀਜ਼ਨਸ ਪਾਉਣੀਆਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਕੌਣ ਕਰਦੇ ਜੀ, ਨੈਸ਼ਨਲ ਵਾਟਰ ਰਿਸੋਰਸ ਕਾਉਂਸਿਲ ਹੈ ਜਿਹੜੀ ਹੈਂਡਲ ਕਰਦੀ ਹੈ। ਔਰ ਇਹਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਕੌਣ ਹੁੰਦੇ ਨੇ ਜੀ, ਪ੍ਰਾਈਮ ਮਿਨਿਸਟਰ ਹੁੰਦੇ ਆ, ਠੀਕ ਹੈ ਜੀ। ਇਹ ਸੀਗਾ ਜੀ ਆਪਣਾ ਨੈਸ਼ਨਲ ਵਾਟਰ ਰਿਸੋਰਸ ਕਾਉਂਸਿਲ। ਨੈਕਸਟ ਕੁਐਸਚਨ ਤੇ ਚੱਲਦੇ ਆ ਜੀ ਆਪਾਂ। ਕੁਐਸਚਨ ਨੈਕਸਟ ਹੈਗਾ ਜੀ, ਅਗਲਾ ਕੁਐਸਚਨ ਕੀ ਕਹਿ ਰਿਹਾ, the authorization for the withdrawal of funds from consolidated fund of India must come from, ਠੀਕ ਹੈ ਜੀ। ਮਤਲਬ ਕੁਐਸਚਨ ਕੀ ਪੁੱਛ ਰਿਹਾ ਕਿ ਅਗਰ ਕੰਸੋਲੀਡੇਟਡ ਫੰਡ ਦੇ ਵਿੱਚੋਂ ਆਪਾਂ ਨੇ ਕੋਈ ਵੀ ਪੈਸਾ ਵਿਡਰਾਅ ਕਰਨਾ ਹੈ, ਅਗਰ ਕੋਈ ਵੀ ਮਨੀ ਹੈ ਜਿਹੜੀ ਆਪਾਂ ਨੇ ਵਿਡਰਾਅ ਕਰਨੀ ਹੈ ਤਾਂ ਉਹਦੇ ਲਈ ਕਿਹਦੀ ਪਰਮਿਸ਼ਨ ਦੀ ਜ਼ਰੂਰਤ ਹੈ, ਆਥੋਰਾਈਜ਼ੇਸ਼ਨ ਕਿਤੋਂ ਲੈਣੀ ਪੈਂਦੀ ਹੈ। ਕਿ ਪ੍ਰੈਜ਼ੀਡੈਂਟ ਆਫ ਇੰਡੀਆ ਅਪਰੂਵ ਕਰਦੇ ਨੇ, ਜਾਂ ਪਾਰਲੀਮੈਂਟ ਆਫ ਇੰਡੀਆ ਤੋਂ ਅਪਰੂਵਲ ਲੈਣੀ ਪੈਂਦੀ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਤੋਂ ਅਪਰੂਵਲ ਲੈਣੀ ਪੈਂਦੀ ਹੈ, ਜਾਂ ਯੂਨੀਅਨ ਫਾਈਨਾਂਸ ਮਿਨਿਸਟਰ ਤੋਂ ਅਪਰੂਵਲ ਲੈਣੀ ਪੈਂਦੀ ਹੈ। ਤਾਂ ਦੇਖੋ ਜੀ ਦੋ ਤਰੀਕੇ ਦੇ ਫੰਡ ਹੁੰਦੇ ਨੇ, ਇੱਕ ਹੁੰਦਾ ਕੰਸੋਲੀਡੇਟਡ ਫੰਡ ਆਫ ਇੰਡੀਆ, ਇੱਕ ਹੁੰਦਾ ਕੰਟੀਜੈਂਸੀ ਫੰਡ, ਠੀਕ ਹੈ। ਸੌਰੀ, ਇੱਕ ਕੰਸੋਲੀਡੇਟਡ ਫੰਡ, ਦੂਸਰਾ ਕੰਟੀਜੈਂਸੀ ਫੰਡ। ਤਾਂ ਦੇਖੋ ਕੰਸੋਲੀਡੇਟਡ ਫੰਡ ਜਿੰਨਾ ਵੀ ਸਰਕਾਰ ਨੂੰ ਜਿੰਨਾ ਵੀ ਰੈਵਨਿਊ ਜਨਰੇਟ ਹੁੰਦਾ ਹੈ, ਜਿੰਨੀ ਵੀ ਇਨਕਮ ਜਨਰੇਟ ਹੁੰਦੀ ਹੈ, ਉਹ ਸਾਰੀ ਦੀ ਸਾਰੀ ਕੰਸੋਲੀਡੇਟਡ ਫੰਡ ਦੇ ਵਿੱਚ ਜਾਂਦੀ ਹੈ। ਔਰ ਜਿੰਨਾ ਵੀ ਸਰਕਾਰ ਖਰਚਾ ਕਰਦੀ ਹੈ ਉਹ ਵੀ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਹੀ ਖਰਚਾ ਕਰਦੀ ਹੈ, ਠੀਕ ਹੈ। ਔਰ ਕੰਸੋਲੀਡੇਟਡ ਫੰਡ ਦੇ ਵਿੱਚੋਂ ਪੈਸੇ ਨੂੰ ਵਿਡਰਾਅ ਕਰਨ ਦੇ ਲਈ ਪਾਰਲੀਮੈਂਟ ਦੀ ਅਪਰੂਵਲ ਹੈ ਜਿਹੜੀ ਲੈਣੀ ਪੈਂਦੀ ਹੈ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ ਜੀ। ਪ੍ਰੈਜ਼ੀਡੈਂਟ ਦੀ ਅਪਰੂਵਲ ਨਹੀਂ ਹੁੰਦੀ, ਪ੍ਰਾਈਮ ਮਿਨਿਸਟਰ ਦੀ ਅਪਰੂਵਲ ਨਹੀਂ ਹੁੰਦੀ, ਫਾਈਨਾਂਸ ਮਿਨਿਸਟਰ ਦੀ ਅਪਰੂਵਲ ਨਹੀਂ ਹੁੰਦੀ। ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਅਗਰ ਕੋਈ ਵੀ ਪੈਸਾ ਵਿਡਰਾਅ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਪਾਰਲੀਮੈਂਟ ਤੋਂ ਪਰਮਿਸ਼ਨ ਹੈ ਜਿਹੜੀ ਲੈਣੀ ਪੈਂਦੀ ਹੈ। ਹੁਣ ਦੂਸਰੇ ਪਾਸੇ ਗੱਲ ਆਉਂਦੀ ਹੈ ਜੀ ਕੰਟੀਜੈਂਸੀ ਫੰਡ। ਤਾਂ ਜਿਹੜਾ ਕੰਟੀਜੈਂਸੀ ਫੰਡ ਹੁੰਦਾ ਉਹ ਐਮਰਜੈਂਸੀ, ਅਗਰ ਕੋਈ ਵੀ ਐਮਰਜੈਂਸੀ ਸਿਨੈਰੀਓ ਸਾਹਮਣੇ ਆ ਜਾਂਦਾ, ਲਾਈਕ ਹੁਣ COVID-19 ਆਇਆ, ਠੀਕ ਹੈ, ਕੋਈ ਐਮਰਜੈਂਸੀ ਕੋਈ ਡਿਜ਼ਾਸਟਰ ਹੋ ਗਿਆ ਜਾਂ ਕੁਝ ਹੋ ਗਿਆ, ਉਹਦੇ ਲਈ ਕੋਈ ਮਤਲਬ ਪੈਸਾ ਵਿਡਰਾਅ ਕਰਨ ਦੇ ਲਈ, ਠੀਕ ਹੈ ਜੀ, ਉਹ ਕੰਟੀਜੈਂਸੀ ਫੰਡ ਦੇ ਵਿੱਚੋਂ ਜਿਹੜਾ ਪੈਸਾ ਵਿਡਰਾਅ ਕੀਤਾ ਜਾਂਦਾ। ਤਾਂ 2005 ਤੋਂ ਪਹਿਲਾਂ ਜਿਹੜਾ ਕਿ ਕੰਟੀਜੈਂਸੀ ਫੰਡ ਦੇ ਵਿੱਚ ਸਿਰਫ 50 ਕਰੋੜ ਰੁਪੀਜ਼ ਹੈ ਜਿਹੜੇ ਰੱਖੇ ਜਾਂਦੇ ਸੀਗੇ, ਪਰ 2005 ਤੋਂ ਬਾਅਦ ਜਿਹੜੇ ਇਹ ਅਮਾਊਂਟ ਇਨਕਰੀਜ਼ ਕਰਕੇ ਕਿੰਨੀ ਕਰ ਦਿੱਤੀ ਗਈ ਹੈ, 500 ਕਰੋੜ। ਮਤਲਬ ਟੋਟਲ ਹੁਣ ਕਿੰਨੇ ਹੈ ਜੀ, 500 ਕਰੋੜ ਰੁਪਇਆ ਜਿਹੜਾ ਕੰਟੀਜੈਂਸੀ ਫੰਡ ਦੇ ਵਿੱਚ ਹੈ ਜਿਹੜਾ ਰੱਖਿਆ ਜਾਂਦਾ। ਕੋਈ ਵੀ ਜਦੋਂ ਐਮਰਜੈਂਸੀ ਆਉਂਦੀ ਹੈ ਦੇਸ਼ ਦੇ ਉੱਪਰ, ਠੀਕ ਹੈ, ਜਾਂ ਕਿਸੇ ਹੋਰ ਨੂੰ ਵੀ ਹੈਲਪ ਕਰਨ ਦੀ, ਕਿਸੇ ਹੋਰ ਕੰਟਰੀ ਨੂੰ ਹੈਲਪ ਕਰਨ ਦੀ ਜ਼ਰੂਰਤ ਪੈਂਦੀ ਹੈ, ਤਾਂ ਜਿਹੜਾ ਉਹ ਪੈਸਾ ਹੈ ਜਿਹੜਾ ਕੰਟੀਜੈਂਸੀ ਫੰਡ ਦੇ ਵਿੱਚੋਂ ਵਿਡਰਾਅ ਕੀਤਾ ਜਾਂਦਾ ਹੈ। ਕੰਸੋਲੀਡੇਟਡ ਫੰਡ ਦੇ ਵਿੱਚੋਂ ਮਤਲਬ ਸਰਕਾਰ ਨੂੰ ਜਿੰਨੀ ਇਨਕਮ ਹੋਏਗੀ, ਸਰਕਾਰ ਜਿੰਨਾ ਖਰਚਾ ਕਰੇਗੀ, ਉਹ ਸਾਰੇ ਦਾ ਸਾਰਾ ਕਿਹਦੇ ਵਿੱਚੋਂ ਜਾਏਗਾ, ਕੰਸੋਲੀਡੇਟਡ ਫੰਡ ਦੇ ਵਿੱਚੋਂ ਜਾਏਗਾ। ਔਰ ਕੰਸੋਲੀਡੇਟਡ ਫੰਡ ਦੇ ਵਿੱਚੋਂ ਪੈਸਾ ਵਿਡਰਾਅ ਕਰਨ ਲਈ ਪਾਰਲੀਮੈਂਟ ਦੀ ਪਰਮਿਸ਼ਨ ਹੈ ਜਿਹੜੀ ਲੈਣੀ ਪੈਂਦੀ ਹੈ, ਠੀਕ ਹੈ ਜੀ। ਇਹ ਸੀਗਾ ਆਪਣਾ ਕੁਐਸਚਨ। ਹੁਣ ਆਪਾਂ ਨੈਕਸਟ ਚੱਲਦੇ ਹਾਂ।
ਇਹ ਕੁਐਸਚਨ ਕੀ ਕਹਿ ਰਿਹਾ ਜੀ, ਇਹ ਰਿਟ ਦੇ ਉੱਪਰ ਹੈ। ਰਿਟ ਤੁਹਾਨੂੰ ਪਤਾ ਹੈ ਕਿ ਆਪਣੇ ਆਰਟੀਕਲ 32 ਹੈ, ਜਿਹਨੂੰ ਆਪਾਂ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਵੀ ਕਹਿੰਦੇ ਆ। ਇਹਦੇ ਬਾਰੇ ਆਪਾਂ ਪੋਲਿਟੀ ਇਸ਼ੂਜ਼ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਜੀ। ਠੀਕ ਹੈ, ਰਿਟ ਦੇ ਉੱਪਰ ਕੁਐਸਚਨ ਬੇਸਿਕਲੀ ਪੁੱਛਿਆ ਹੀ ਜਾਂਦਾ ਹੈ। ਤਾਂ ਗੱਲ ਹੁੰਦੀ ਹੈ 5 ਟਾਈਪ ਦੇ ਟੋਟਲ ਰਿਟਸ ਨੇ, ਤੁਹਾਨੂੰ ਪਤਾ ਹੀ ਹੋਏਗਾ। ਤਾਂ ਉਹਦੇ ਵਿੱਚੋਂ ਕੁਐਸਚਨ ਹੈ ਜਿਹੜਾ ਪ੍ਰੋਵੀਜ਼ਨ ਦੇ ਉੱਪਰ ਪੁੱਛਿਆ ਹੋਇਆ। ਪ੍ਰੋਵੀਜ਼ਨ ਦਾ ਮਤਲਬ ਕੀ ਹੁੰਦਾ? ਟੂ ਬੀ ਫॉरवर्ड, ਮਨਾ ਕਰਨਾ। ਠੀਕ ਹੈ ਜੀ, ਤਾਂ ਦੇਖੋ ਜੀ ਆਪਾਂ ਕੁਐਸਚਨ ਪੜ੍ਹਦੇ ਹਾਂ ਕਿ ਕੀ ਦਿੱਤਾ ਹੋਇਆ ਜੀ ਆਪਾਂ ਨੂੰ। ਸਟੇਟਮੈਂਟ ਕਿਹੜੀਆਂ ਦਿੱਤੀਆਂ ਹੋਈਆਂ ਨੇ। ਫਸਟ ਸਟੇਟਮੈਂਟ ਕੀ ਕਹਿ ਰਹੀ ਹੈ? ਟੂ ਪ੍ਰੀਵੈਂਟ ਐਨ ਇਨਫੀਰੀਅਰ ਕੋਰਟ। ਇਨਫੀਰੀਅਰ ਕੋਰਟ ਮਤਲਬ ਲੋਅਰ ਕੋਰਟ ਦੀ ਗੱਲ ਹੋ ਰਹੀ ਹੈ। ਲੋਅਰ ਕੋਰਟ ਔਰ ਟ੍ਰਿਬਿਊਨਲ, ਠੀਕ ਹੈ, ਟ੍ਰਿਬਿਊਨਲ ਵੀ ਇੱਕ ਤਰੀਕੇ ਦੀ ਲੋਕ ਅਦਾਲਤ ਹੀ ਹੁੰਦੀ ਹੈ। ਫਰੋਮ ਐਕਸੀਡਿੰਗ ਇਟਸ ਜੁਡਿਕਸ਼ਨਸ ਔਰ ਐਕਸ਼ਨ ਕੰਟਰਰੀ ਟੂ ਦ ਰੂਲ ਆਫ ਨੈਚੁਰਲ ਜਸਟਿਸ। ਅਗਰ ਕੋਈ ਕੀ ਕਹਿ ਰਿਹਾ ਜੀ, ਲੋਅਰ ਕੋਰਟ ਆਪਣੀਆਂ ਜਿਹੜੀ ਜੁਡਿਕਸ਼ਨ ਤੋਂ ਬਾਹਰ ਜਾ ਰਹੀ ਹੈ, ਠੀਕ ਹੈ, ਜਾਂ ਨੈਚੁਰਲ ਜਸਟਿਸ ਦੇ ਅਗੇਂਸਟ ਜਾ ਰਹੀ ਹੈ, ਕੰਟਰਰੀ ਜਾ ਰਹੀ ਹੈ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਹਾਈਅਰ ਕੋਰਟ ਹੈ ਉਹ ਕੀ ਕਰਦਾ ਜੀ? ਇਹ ਰਿਟ ਜਾਰੀ ਕਰਦਾ। ਫਸਟ ਆਪਸ਼ਨ ਇਹ ਚੀਜ਼ ਕਹਿ ਰਹੀ ਹੈ। ਤੇ ਦੂਸਰੀ ਆਪਸ਼ਨ ਕੀ ਕਹਿ ਰਹੀ ਹੈ? ਟੂ ਐਨ ਇਨਫੀਰੀਅਰ ਕੋਰਟ ਨੂੰ ਕੀ ਕਹਿੰਦੇ ਜੀ? ਇਹ ਰਿਟ ਜਾਰੀ ਕੀਤੀ ਜਾਂਦੀ ਹੈ ਟੂ exercising judicial or quasi judicial function to transfer the record of proceeding in case of its review। मतलब कि जो लोअर कोर्ट अपने कहते जुडिशियल और क्वासी जुडिशियल ਜਿਹੜਾ ਫੰਕਸ਼ਨ ਹੈ ਉਹਨੂੰ ਪ੍ਰੈਕਟਿਸ ਕਰਦਾ, ਤਾਂ ਉਸ ਟਾਈਮ ਦੇ ਵਿੱਚ ਕੀ ਇਹ ਲੋਅਰ ਕੋਰਟ ਨੂੰ ਹਾਇਰ ਕੋਰਟ ਵੱਲੋਂ ਜਿਹੜੀ ਰਿਟ ਹੈ ਜਿਹੜੀ ਜਾਰੀ ਕੀਤੀ ਜਾਂਦੀ ਹੈ। ਤਾਂ ਥਰਡ ਕੀ ਕਹਿ ਰਿਹਾ? ਵੇਅਰ ਬਾਈ ਇਟ ਕੈਨ ਕਾਲ ਅਪਨ ਅ ਪਰਸਨ ਟੂ ਸ਼ੋ ਅੰਡਰ ਵਟ ਅਥਾਰਟੀ ਹੀ ਇਜ਼ ਹੋਲਡਿੰਗ ਦਾ ਆਫਿਸ। ਕਿਹੜੀ ਅਥਾਰਟੀ ਦੇ ਨਾਲ ਉਸਨੇ ਇਹ ਆਫਿਸ ਹੈ ਜਿਹੜਾ ਹੋਲਡ ਕੀਤਾ ਹੋਇਆ। ਥਰਡ ਸਟੇਟਮੈਂਟ ਹੈ ਜਿਹੜੀ ਇਹ ਚੀਜ਼ ਕਹਿ ਰਹੀ ਹੈ। ਤੇ fourth ਕੀ ਹੈ ਜੀ? to an authority to produce an illegally detained person before the court for trial। ਅਗਰ ਕਿਸੇ ਪਰਸਨ ਨੂੰ ਇਲੀਗਲੀ ਡਿਟੇਨ ਕੀਤਾ ਹੋਇਆ ਜੀ, ਤਾਂ ਉਹਦੇ ਰਿਗਾਰਡਿੰਗ ਜਿਹੜੀ ਰਿਟ ਹੈ ਜਿਹੜੀ ਜਾਰੀ ਕੀਤੀ ਜਾਂਦੀ ਹੈ ਪ੍ਰੋਵੀਜ਼ਨ। ਤਾਂ ਦੇਖੋ ਜੀ ਸੀ ਤਾਂ ਕਿਸੇ ਵੀ ਕੇਸ ਦੇ ਵਿੱਚ ਵੀ ਨਹੀਂ ਹੈਗਾ। ਅਗਰ ਤੁਸੀਂ ਰਿਟਸ ਨੂੰ ਚੰਗੀ ਤਰੀਕੇ ਦੇ ਨਾਲ ਪੜਿਆ ਹੋਏਗਾ ਤਾਂ ਬਾਈ ਵਟ ਅਥਾਰਟੀ ਆਪਾਂ ਨੂੰ ਪਤਾ ਕਿਊ ਵਾਰੰਟੋ ਰਿਟ ਹੁੰਦੀ ਹੈ। ਕਿਊ ਵਾਰੰਟੋ ਰਿਟ ਦੇ ਥਰੂ ਆਪਾਂ ਕਿਸੇ ਵੀ ਪਰਸਨ ਨੂੰ ਇਹ ਪੁੱਛ ਸਕਦੇ ਹਾਂ ਕਿ ਫੋਰ ਐਗਜ਼ਾਮਪਲ ਕੋਈ ਪਰਸਨ ਨੇ ਕੋਈ ਗਵਰਨਮੈਂਟ ਆਫਿਸ ਹੈ ਜਿਹੜਾ ਹੋਲਡ ਕੀਤਾ ਹੋਇਆ ਜੀ। ਮੰਨ ਲਓ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਉਹਦੀ ਕੁਆਲੀਫਿਕੇਸ਼ਨ ਉਸ ਡੈਜ਼ਿਗਨੇਸ਼ਨ ਦੇ ਅਕੋਰਡਿੰਗ ਨਹੀਂ ਹੈਗੀ, ਤਾਂ ਤੁਸੀਂ ਉਹਦੇ ਅਗੇਂਸਟ ਕੀ ਕਰ ਸਕਦੇ ਹੋ ਜੀ? ਪੈਟੀਸ਼ਨ ਪਾ ਸਕਦੇ ਹੋ। ਤਾਂ ਫਿਰ ਉਹ ਤੋਂ ਜਿਹੜੀ ਕੋਰਟ ਹੈ ਉਹਨੂੰ ਰਿਟ ਪਾਉਂਦੀ ਹੈ, ਉਹ ਤੋਂ ਪੁੱਛਿਆ ਜਾਂਦਾ ਬਾਈ ਵਟ ਅਥਾਰਟੀ, ਕੀ ਤੂੰ ਕਿਹੜੀ ਅਥਾਰਟੀ ਦੇ ਨਾਲ ਇਹ ਆਫਿਸ ਹੈ ਜਿਹੜਾ ਹੋਲਡ ਕੀਤਾ ਹੋਇਆ, ਤਾਂ ਉਹਨੂੰ ਜਿਹੜੀ ਆਪਣੀ ਜੋ ਵੀ ਉਹਦਾ ਪ੍ਰੂਫ ਹੈ ਉਹਨੂੰ ਦੇਣਾ ਪੈਂਦਾ। ਠੀਕ ਹੈ ਜੀ, ਇਹ ਤਾਂ ਹੋਗੀ ਕਿਊ ਵਾਰੰਟੋ। ਉਸ ਤੋਂ ਬਾਅਦ ਫੋਰਥ ਕੀ ਹੈ ਜੀ? ਫੋਰਥ ਆਪਣੇ ਪਾਸ ਹੈਗੀ ਹੈ ਕਿ ਜਦੋਂ ਇਲੀਗਲੀ ਕਿਸੇ ਪਰਸਨ ਨੂੰ ਡਿਟੇਨ ਕੀਤਾ ਜਾਂਦਾ ਤਾਂ ਉਦੋਂ ਜਿਹੜੀ ਕੋਰਟ ਹੈ ਜਿਹੜੀ ਇਹ ਜਾਰੀ ਕਰਦੀ ਹੈ ਉਹ ਕੀ ਹੁੰਦੀ ਹੈ ਜੀ? ਹਾਬੀਅਸ ਕਾਰਪਸ ਹੁੰਦੀ ਹੈ। ਤਾਂ ਇਹ ਵੀ ਆਪਣੇ ਪਾਸ ਕਿਸੇ ਵੀ ਸਿਨੈਰੀਓ ਦੇ ਵਿੱਚ ਨਹੀਂ ਆਨਸਰ ਹੋ ਸਕਦਾ। ਹੁਣ ਗੱਲ ਆਉਂਦੀ ਹੈ ਕਿ ਦੇਖੋ ਜਿਹੜੀ ਪ੍ਰੋਵੀਜ਼ਨ ਹੁੰਦੀ ਹੈ ਟੂ ਬੀ ਫॉरवर्ड ਹੁੰਦੀ ਹੈ, ਇਹਦਾ ਇਹ ਮਤਲਬ ਹੁੰਦਾ ਸਿੰਪਲ ਇਹ ਵੀ ਸਟੇਟਮੈਂਟ ਪੁੱਛ ਲੈਂਦੇ ਨੇ, ਔਰ ਇਹ ਹਮੇਸ਼ਾ ਹਾਇਰ ਕੋਰਟ ਲੋਅਰ ਕੋਰਟ ਨੂੰ ਹੀ ਜਾਰੀ ਕਰਦੀ ਹੈ। ਔਰ ਕਿਉਂ ਜਾਰੀ ਕਰਦੀ ਹੈ? ਜਦੋਂ ਲੋਅਰ ਕੋਰਟ ਆਪਣੀ ਜਿਹੜੀਆਂ ਪਾਵਰਸ ਨੂੰ ਗਲਤ ਵੇ ਦੇ ਨਾਲ ਮਿਸਯੂਜ਼ ਕਰਨ ਲੱਗ ਜਾਂਦਾ ਜੀ, ਗਲਤ ਮਤਲਬ ਯੂਜ਼ ਕਰਨ ਲੱਗ ਜਾਂਦਾ ਜਾਂ ਆਪਣੀ ਜੁਡਿਕਸ਼ਨ ਤੋਂ ਬਾਹਰ ਜਾਣ ਲੱਗ ਜਾਂਦਾ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਹਾਇਰ ਕੋਰਟ ਹੈ ਲੋਅਰ ਕੋਰਟ ਨੂੰ ਇਹ ਪਾਵਰ ਹੈ ਜਿਹੜੀ ਰਿਟ ਹੈ ਜਿਹੜੀ ਜਾਰੀ ਕਰਦਾ। ਤਾਂ ਜਿਹੜਾ ਇਹਦਾ ਐਗਜ਼ੈਕਟ ਆਨਸਰ ਹੋਏਗਾ ਜੀ ਉਹ ਆਪਣੇ ਪਾਸ ਹੋਏਗਾ ਜੀ ਏ ਆਨਸਰ। ਠੀਕ ਹੈ ਜੀ, ਜੋ ਕਿ ਬਿਲਕੁਲ ਐਗਜ਼ੈਕਟ ਐਕਸਪਲੇਨੇਸ਼ਨ ਹੈ ਪ੍ਰੋਵੀਜ਼ਨ ਦੀ। ਚਲੋ ਜੀ ਹੁਣ ਆਪਾਂ ਨੈਕਸਟ ਚੱਲਦੇ ਹਾਂ। ਇਹ ਕੁਐਸਚਨ ਕੀ ਕਹਿ ਰਿਹਾ ਜੀ? ਇਹ ਕੁਐਸਚਨ ਕਹਿ ਰਿਹਾ ਇਨ ਦਾ ਇਵੈਂਟ ਆਫ ਵੈਕੈਂਸੀ in the office of both president and vice president of India, person who performs the duty of a president। देखो जी क्वेश्चन की कह रहा कि अगर प्रेजिडेंट और वाइस प्रेजिडेंट दोनों का जिहड़ा ऑफिस है वो वैकेंट होवे तो उस टाइम दे विच भी जिहड़ा एज अ प्रेजिडेंट कौन ड्यूटी परफॉर्म करता है। ठीक है जी, तो ये जी कोऑपरेटिव इंस्पैक्टर का प्रीवियस ईयर पेपर का क्वेश्चन है जी। तो देखो जी फर्स्ट ऑप्शन दे विच आपां नूं दिता होया जी स्पीकर ऑफ लोक सभा की गल हो रही है, दूसरा हैगा चीफ जस्टिस ऑफ इंडिया, थर्ड दिता होया चेयरमैन ऑफ राज्य सभा और फोर्थ दिता होया अटॉर्नी जनरल। तो देखो जी जो प्रेजिडेंट और वाइस प्रेजिडेंट दोनों का ऑफिस वैकेंट होवे तो उस टाइम दे विच चीफ जस्टिस ऑफ इंडिया, ठीक है जी, चीफ जस्टिस ऑफ इंडिया एज अ वाइस प्रेजिडेंट का सॉरी प्रेजिडेंट का की करते हैं काम करते हैं। फॉर एग्जाम्पल अगर प्रेजिडेंट की जी ऑफिस है जिहड़ा वैकेंट होवे, ठीक है, बट वाइस प्रेजिडेंट प्रेजेंट होवे तो उस टाइम दे विच जिहड़ा वाइस प्रेजिडेंट है एज अ प्रेजिडेंट काम करता है। ठीक है, पर उहदी कंडीशन की हुंदी है कि वाइस प्रेजिडेंट सिर्फ 6 मंथ लिए ही की करेगा एज अ प्रेजिडेंट काम कर सकेगा और 6 मंथ के अंदर अंदर की होने चाहिए ने जी प्रेजिडेंट के इलैक्शन होने जरूरी ने। ठीक है जी, तो ये वो सीन है जो अपने पास वाइस प्रेजिडेंट अवेलेबल है पर प्रेजिडेंट का ऑफिस है जिहड़ा वैकेंट है। ठीक है जी, तो ये क्वेश्चन दे विच दोनों ही कहे हुए हैं कि दोनों ही जे ऑफिस ने जिहड़े वैकेंट होंदा उस टाइम दे विच कौन काम करेगा जी, कौन पिक्चर दे विच आएगा, तो चीफ जस्टिस ऑफ इंडिया उस टाइम दे विच जिहड़ा प्रेजिडेंट का ऑफिस है संभाल लेगा। ठीक है जी, तो नैक्सट क्वेश्चन हैगा जी अपना ਇਹਦੇ ਵਿੱਚ ਕੀ ਪੁੱਛਿਆ ਹੋਇਆ ਜੀ ਵਿਚ ਆਫ ਦਾ ਫੋਲੋਇੰਗ ਵਿਲ ਬੀ ਦਾ ਕਨਸੀਕੁਐਂਸਿਸ ਆਫ ਡੈਕਲੇਰੇਸ਼ਨ ਆਫ ਨੈਸ਼ਨਲ ਐਮਰਜੈਂਸੀ ਬਾਈ ਪ੍ਰੈਜ਼ੀਡੈਂਟ।
मतलब देखो ਆਪਾਂ ਨੂੰ ਪਤਾ ਹੈ ਕਿ ਤਿੰਨ ਤਰੀਕੇ ਦੀਆਂ ਐਮਰਜੈਂਸੀਜ਼ ਹੁੰਦੀਆਂ ਨੇ ਆਪਾਂ ਪੋਲਿਟੀ ਇਸ਼ੂਜ਼ ਦੇ ਵਿੱਚ ਵੀ ਸੌਰੀ ਪੋਲਿਟੀ ਇਸ਼ੂਜ਼ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਜੀ ਲੈਕਚਰ ਦੇ ਵਿੱਚ ਤਾਂ ਆਪਾਂ ਨੇ ਹੁਣ ਵੀ ਰੀਸੈਂਟਲੀ ਦੇਖਿਆ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਸਿਕਿਉਰਿਟੀ ਹੈ ਜਿਹੜੀ ਬ੍ਰੀਚ ਹੋ ਗਈ ਹੈ ਤਾਂ ਕੀ ਕਹਿ ਰਹੇ ਆ ਕਿ ਉਸ ਟਾਈਮ ਵੀ ਪੰਜਾਬ ਦੇ ਵਿੱਚ ਕੀ ਪ੍ਰੈਜ਼ੀਡੈਂਟ ਰੂਲ ਲੱਗ ਜਾਏਗਾ ਉਹਨੂੰ ਵੀ ਆਪਾਂ ਦੇਖਿਆ ਸੀਗਾ ਆਪਣੇ ਪਾਸ ਵੀਡੀਓ ਆਪਣੀ ਅਪਲੋਡ ਹੋਈ ਹੈ ਜੀ ਸਟੱਡੀ ਸੋਲਿਊਸ਼ਨ ਤੇ ਸਟੇਟ ਐਮਰਜੈਂਸੀ ਦੀ ਗੱਲ ਕੀਤੀ ਹੋਈ ਹੈ ਤਾਂ ਦੇਖੋ ਜੀ ਤਿੰਨ ਤਰੀਕੇ ਦੀਆਂ ਐਮਰਜੈਂਸੀਜ਼ ਹੁੰਦੀਆਂ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਇੱਕ ਤਾਂ ਠੀਕ ਹੈ ਜੀ ਔਰ ਦੂਸਰੀ ਹੁੰਦੀ ਹੈ ਪ੍ਰੈਜ਼ੀਡੈਂਟ ਰੂਲ ਜਿਹਨੂੰ ਆਪਾਂ ਸਟੇਟ ਐਮਰਜੈਂਸੀ ਵੀ ਕਹਿ ਦਿੰਦੇ ਹਾਂ ਔਰ ਥਰਡ ਆਪਣੇ ਪਾਸ ਹੁੰਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਤਾਂ ਹੁਣ ਇੱਥੇ ਗੱਲ ਕੀਤੀ ਹੋਈ ਹੈ ਜੀ ਨੈਸ਼ਨਲ ਐਮਰਜੈਂਸੀ ਦੀ ਕਿ ਅਗਰ ਨੈਸ਼ਨਲ ਐਮਰਜੈਂਸੀ ਲਗਾਉਣੀ ਪੈਂਦੀ ਹੈ ਤਾਂ ਪ੍ਰੈਜ਼ੀਡੈਂਟ ਉਸ ਟਾਈਮ ਦੇ ਵਿੱਚ ਮਤਲਬ ਉਹ ਕਿਹੜੀ ਮਤਲਬ ਕੰਡੀਸ਼ਨਸ ਹੁੰਦੀਆਂ ਨੇ ਜਾਂ ਕੀ ਚੀਜ਼ ਕਰਨੀ ਪੈ ਸਕਦੀ ਹੈ ਉਦੋਂ ਪ੍ਰੈਜ਼ੀਡੈਂਟ ਕੀ ਕਰ ਸਕਦੇ ਨੇ ਜਦੋਂ ਨੈਸ਼ਨਲ ਐਮਰਜੈਂਸੀ ਹੈ ਜਿਹੜੀ ਲਾਗੂ ਹੁੰਦੀ ਹੈ ਠੀਕ ਹੈ ਜੀ ਤਾਂ ਆਪਾਂ ਉਹੀ ਦੇਖਦੇ ਹਾਂ ਸਭ ਤੋਂ ਪਹਿਲੀ ਸਟੇਟਮੈਂਟ ਕੀ ਕਹਿ ਰਹੀ ਹੈ ਦਾ ਪ੍ਰੈਜ਼ੀਡੈਂਟ ਕੈਨ ਇਸ਼ੂ ਡਾਇਰੈਕਟਿਵਸ ਟੂ ਸਟੇਟ ਐਗਜ਼ੀਕਿਊਟਿਵ ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਨੇ ਸਟੇਟਸ ਨੂੰ ਕੀ ਕਰ ਸਕਦੇ ਨੇ ਡਾਇਰੈਕਸ਼ਨ ਦੇ ਸਕਦੇ ਨੇ ਠੀਕ ਹੈ ਜੀ ਫਸਟ ਸਟੇਟਮੈਂਟ ਤਾਂ ਇਹ ਕਹਿ ਰਹੀ ਹੈ ਸੈਕੰਡ ਸਟੇਟਮੈਂਟ ਕੀ ਕਹਿ ਰਹੇ ਨੇ ਦਾ ਪ੍ਰੈਜ਼ੀਡੈਂਟ ਕੈਨ ਐਕਸਟੈਂਡ ਦਾ ਨਾਰਮਲ ਟੈਨਿਓਰ ਆਫ ਲੋਕ ਸਭਾ ਕੀ ਪ੍ਰੈਜ਼ੀਡੈਂਟ ਜਿਹੜਾ ਲੋਕ ਸਭਾ ਦਾ ਟੈਨਿਓਰ ਆ ਉਸ ਟਾਈਮ ਦੇ ਵਿੱਚ ਵਧਾ ਸਕਦੇ ਨੇ ਇੱਕ ਦੂਸਰੀ ਸਟੇਟਮੈਂਟ ਇਹ ਦਿੱਤੀ ਹੋਏਗੀ ਉਹ ਵਧਾ ਸਕਦੇ ਨੇ ਥਰਡ ਸਟੇਟਮੈਂਟ ਕੀ ਕਹਿ ਰਹੀ ਹੈ ਜੀ ਤਾਂ ਪ੍ਰੈਜ਼ੀਡੈਂਟ ਕੈਨ ਸਸਪੈਂਡ ਆਲ ਦਾ ਫੰਡਾਮੈਂਟਲ ਰਾਈਟਸ ਆਫ ਸਿਟੀਜ਼ਨਸ ਤੇ ਪ੍ਰੈਜ਼ੀਡੈਂਟ ਜਿਹੜੇ ਆਪਣੇ ਸਿਟੀਜ਼ਨਸ ਨੇ ਉਹਨਾਂ ਦੇ ਸਾਰੇ ਫੰਡਾਮੈਂਟਲ ਰਾਈਟਸ ਨੂੰ ਉਸ ਟਾਈਮ ਦੇ ਵਿੱਚ ਕੀ ਕਰ ਸਕਦੇ ਨੇ ਸਸਪੈਂਡ ਕਰ ਸਕਦੇ ਨੇ ਤੇ ਫੋਰਥ ਸਟੇਟਮੈਂਟ ਕੀ ਕਹਿ ਰਹੀ ਹੈ ਪ੍ਰੈਜ਼ੀਡੈਂਟ ਕੈਨ ਮੋਡੀਫਾਈ ਦਾ ਡਿਸਟ੍ਰੀਬਿਊਸ਼ਨ ਪੈਟਰਨ ਆਫ ਫਾਈਨੈਂਸ਼ੀਅਲ ਰਿਸੋਰਸ ਬਿਟਵੀਨ ਸੈਂਟਰ ਐਂਡ ਸਟੇਟ ਮਤਲਬ ਕੀ ਹੈ ਕਿ ਜਿਹੜਾ ਪੈਸਾ ਹੈ ਜਦੋਂ ਸੈਂਟਰ ਗਵਰਨਮੈਂਟ ਡਿਸਟ੍ਰੀਬਿਊਟ ਕਰਦੀ ਹੈ ਸੈਂਟਰ ਔਰ ਸਟੇਟ ਸਰਕਾਰਾਂ ਦੇ ਵਿੱਚ ਉਹਨੂੰ ਵੀ ਪ੍ਰੈਜ਼ੀਡੈਂਟ ਕੀ ਕਰ ਸਕਦੇ ਨੇ ਜਿਹੜੀ ਉਹਦੀ ਰੇਸ਼ੋ ਹੈ ਉਹਨੂੰ ਮੋਡੀਫਾਈ ਕਰ ਸਕਦੇ ਨੇ ਘਟਾ ਸਕਦੇ ਨੇ ਵਧਾਣਗੇ ਤਾਂ ਆਬਵੀਅਸਲੀ ਨਹੀਂ ਕਿਉਂਕਿ ਐਮਰਜੈਂਸੀ ਦੇ ਟਾਈਮ ਪੈਸੇ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਠੀਕ ਹੈ ਜੀ ਤਾਂ ਆਬਵੀਅਸਲੀ ਜਿਹੜੀ ਰੇਸ਼ੋ ਹੈ ਉਹਨੂੰ ਘਟਾ ਸਕਦੇ ਨੇ ਠੀਕ ਹੈ ਜੀ ਤਾਂ ਇਹ ਚੀਜ਼ ਦੀ ਗੱਲ ਕੀਤੀ ਹੈ ਹੁਣ ਆਪਾਂ ਨੇ ਕੀ ਇਹਦੇ ਵਿੱਚੋਂ ਪੁੱਛਿਆ ਕੀ ਆ ਕਿ ਕਿਹੜੀ ਜਿਹੜੀ ਚੀਜ਼ ਹੈ ਇਹਦੇ ਵਿੱਚੋਂ ਕਰੈਕਟ ਹੈ ਤਾਂ ਦੇਖੋ ਜੀ ਪ੍ਰੈਜ਼ੀਡੈਂਟ ਕੈਨ ਇਸ਼ੂ ਡਾਇਰੈਕਟਿਵਸ ਟੂ ਸਟੇਟ ਐਗਜ਼ੀਕਿਊਟਿਵ ਬਿਲਕੁਲ ਜੀ ਸਟੇਟਸ ਨੂੰ ਡਾਇਰੈਕਸ਼ਨ ਦੇ ਸਕਦੇ ਨੇ ਕਿ ਇਸ ਤਰੀਕੇ ਨਾਲ ਨਹੀਂ ਹੁਣ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰਨਾ ਜਦੋਂ ਵੀ ਨੈਸ਼ਨਲ ਐਮਰਜੈਂਸੀ ਲਾਗੂ ਹੁੰਦੀ ਹੈ ਆਲਮੋਸਟ ਕੀ ਹੁੰਦਾ ਹੈ ਜੀ ਸਾਰੇ ਆਲ ਓਵਰ ਕੰਟਰੀ ਦੇ ਉੱਪਰ ਜਿਹੜੀ ਸੈਂਟਰ ਦੀ ਜਿਹੜੀ ਪਾਵਰ ਹੈ ਉਹ ਕੀ ਹੋ ਜਾਂਦੀ ਹੈ ਹੈਵੀ ਹੋ ਜਾਂਦੀ ਹੈ ਮਤਲਬ ਸੈਂਟਰ ਕੰਟਰੋਲ ਕਰ ਲੈਂਦਾ ਜੀ ਉਸ ਤੋਂ ਬਾਅਦ ਦੂਸਰੀ ਗੱਲ ਹੁੰਦੀ ਹੈ ਦਾ ਪ੍ਰੈਜ਼ੀਡੈਂਟ ਕੈਨ ਐਕਸਟੈਂਡ ਦਾ ਨਾਰਮਲ ਟੈਨਿਓਰ ਆਫ ਲੋਕ ਸਭਾ ਤਾਂ ਹਾਂਜੀ ਬਿਲਕੁਲ ਸਹੀ ਹੈ ਜਦੋਂ ਵੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਠੀਕ ਹੈ ਜੀ ਨੈਸ਼ਨਲ ਐਮਰਜੈਂਸੀ ਜਦੋਂ ਲੱਗਦੀ ਹੈ ਤਾਂ ਉਸ ਟਾਈਮ ਦੇ ਵਿੱਚ ਲੋਕ ਸਭਾ ਦੇ ਟੈਨਿਓਰ ਨੂੰ ਵਧਾਇਆ ਜਾ ਸਕਦਾ ਠੀਕ ਹੈ ਜੀ ਪ੍ਰੈਜ਼ੀਡੈਂਟ ਲੋਕ ਸਭਾ ਦੇ ਟੈਨਿਓਰ ਨੂੰ ਵਧਾ ਸਕਦੇ ਨੇ ਤਾਂ ਦੂਸਰਾ ਸਟੇਟਮੈਂਟ ਵੀ ਆਪਣੇ ਪਾਸ ਬਿਲਕੁਲ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਥਰਡ ਦੀ ਆਪਾਂ ਗੱਲ ਕਰਦੇ ਦੇਖੋ ਫਸਟ 1 ਔਰ 2 ਤਾਂ ਸਹੀ ਹੈ ਤਾਂ ਮਤਲਬ ਆਪਣੇ ਪਾਸ A ਤਾਂ ਕਿਸੇ ਵੀ ਕੰਡੀਸ਼ਨ 'ਚ ਆਨਸਰ ਨਹੀਂ ਹੋ ਸਕਦਾ ਠੀਕ ਹੈ ਕਿਉਂਕਿ ਸੈਕਿੰਡ ਸਹੀ ਹੈ ਆਪਣੇ ਪਾਸ ਤਾਂ ਹੁਣ ਬਾਕੀ ਰਹਿ ਗਿਆ ਆਪਾਂ ਬਾਕੀ ਵੀ ਚੈੱਕ ਕਰਦੇ ਹਾਂ ਦਾ ਪ੍ਰੈਜ਼ੀਡੈਂਟ ਕੈਨ ਸਸਪੈਂਡ ਆਲ ਦਾ ਫੰਡਾਮੈਂਟਲ ਰਾਈਟਸ ਦੇਖੋ ਇੱਥੇ ਵਰਡ ਆਲ ਇੰਪੋਰਟੈਂਟ ਹੈ ਕਿ ਪ੍ਰੈਜ਼ੀਡੈਂਟ ਸਾਰੇ ਦੇ ਸਾਰੇ ਫੰਡਾਮੈਂਟਲ ਰਾਈਟਸ ਨੇ ਕਹਿੰਦੇ ਸਸਪੈਂਡ ਕਰ ਦਿੰਦੇ ਨੇ ਤਾਂ ਨਹੀਂ ਜੀ ਬਿਲਕੁਲ ਗਲਤ ਹੈ ਆਪਾਂ ਨੂੰ ਪਤਾ ਹੈ ਕਿ ਐਮਰਜੈਂਸੀ ਦੇ ਦੌਰਾਨ ਆਪਣੇ ਦੋ ਆਰਟੀਕਲ ਕਦੇ ਵੀ ਸਸਪੈਂਡ ਨਹੀਂ ਹੁੰਦੇ ਕਿਹੜਾ 20 ਐਂਡ 21 ਤਾਂ ਥਰਡ ਸਟੇਟਮੈਂਟ ਕੀ ਹੋ ਗਈ ਹੈ ਜੀ ਆਪਣੀ ਗਲਤ ਹੋ ਗਈ ਹੈ ਜਦੋਂ ਥਰਡ ਸਟੇਟਮੈਂਟ ਆਪਣੇ ਪਾਸ ਆਪਣੀ ਗਲਤ ਹੋ ਗਈ ਹੈ ਜੀ ਤਾਂ ਜਿਹੜਾ ਆਪਣਾ ਆਨਸਰ ਹੈ ਤੁਹਾਨੂੰ ਆਟੋਮੈਟਿਕਲੀ ਪਤਾ ਹੀ ਚੱਲ ਜਾਏਗਾ ਕੀ ਹੋਏਗਾ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਦਾ ਪ੍ਰੈਜ਼ੀਡੈਂਟ ਕੈਨ ਮੋਡੀਫਾਈ ਦਾ ਡਿਸਟ੍ਰੀਬਿਊਸ਼ਨ ਪੈਟਰਨ ਫਾਈਨੈਂਸ਼ੀਅਲ ਹਾਂਜੀ ਬਿਲਕੁਲ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਮਤਲਬ ਜਿਹੜੇ ਰੇਸ਼ੋ ਹੈ ਉਹ ਵੀ ਵਧਾਈ ਘਟਾਈ ਜਾ ਸਕਦੀ ਹੈ ਸਟੇਟ ਔਰ ਸੈਂਟਰ ਦੇ ਵਿੱਚ ਜਿਹੜੀ ਵੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਤਾਂ ਫੋਰਥ ਵੀ ਸਹੀ ਹੈ ਇਹਦੇ ਵਿੱਚੋਂ 1 2 ਐਂਡ 4 ਕੀ ਹੈ ਜੀ ਆਪਣਾ 1 ਸੈਕਿੰਡ ਐਂਡ ਫੋਰਥ ਦਾ ਇਹਦੇ ਵਿੱਚ ਆਪਣਾ ਆਨਸਰ ਕੀ ਆ ਜਾਏਗਾ ਜੀ B ਆ ਜਾਏਗਾ ਤਾਂ ਐਦਾਂ ਦੇ ਦੇਖੋ ਜੀ ਕੁਐਸਚਨ ਆਣਗੇ ਤੋਂ BPSC ਦੇ ਵਿੱਚ ਤਾਂ ਤੁਹਾਨੂੰ ਜਿਹੜੇ ਕਨਸੈਪਟਸ ਨੇ ਉਹਨਾਂ ਨੂੰ ਕਾਫੀ ਧਿਆਨ ਦੇ ਨਾਲ ਪੜ੍ਹਨਾ ਪਏਗਾ ਡਿਟੇਲ ਦੇ ਵਿੱਚ ਪੜ੍ਹਨਾ ਪਏਗਾ ਤਾਂ ਤੁਸੀਂ ਇਹਨਾਂ ਕੁਐਸਚਨਸ ਨੂੰ ਕੀ ਕਰੋਗੇ ਸੋਲਵ ਕਰ ਪਾਓਗੇ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਹੁਣ ਆਪਾਂ ਚੱਲਦੇ ਹਾਂ ਜੀ ਇਹ ਵਾਲਾ ਜਿਹੜਾ ਕੁਐਸਚਨ ਹੈਗਾ ਜੀ ਕਿਹਦੇ ਉੱਪਰ ਪੁੱਛਿਆ ਹੋਇਆ ਜੀ ਵਾਈਸ ਪ੍ਰੈਜ਼ੀਡੈਂਟ ਦੇ ਉੱਪਰ ਗੱਲ ਕੀਤੀ ਹੋਈ ਹੈ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨਾਟ ਕਰੈਕਟ ਆਪਾਂ ਨੇ ਦੱਸਣੀ ਹੈ ਵੀ ਕਿਹੜੀਆਂ ਸਟੇਟਮੈਂਟਸ ਇਹਦੇ ਵਿੱਚੋਂ ਗਲਤ ਨੇ ਠੀਕ ਹੈ ਆਪਾਂ ਨੇ ਸਹੀ ਨਹੀਂ ਲੱਭਣੀਆਂ ਆਪਾਂ ਨੇ ਗਲਤ ਸਟੇਟਮੈਂਟਸ ਲੱਭਣੀਆਂ ਨੇ ਠੀਕ ਹੈ ਜਾਂ ਸਹੀ ਲੱਭ ਲਓ ਗਲਤ ਆਟੋਮੈਟਿਕਲੀ ਲੱਭ ਜਾਣਗੀਆਂ ਤਾਂ ਹੁਣ ਦੇਖੋ ਫਸਟ ਸਟੇਟਮੈਂਟ ਕੀ ਕਹਿ ਰਹੀ ਹੈ ਇਨ ਆਰਡਰ ਟੂ ਬੀ ਵਾਈਸ ਪ੍ਰੈਜ਼ੀਡੈਂਟ ਬਣਨ ਦੇ ਲਈ ਆ ਪਰਸਨ ਮਸਟ ਬੀ ਕੁਆਲੀਫਾਈਡ ਫॉर ਇਲੈਕਸ਼ਨ ਐਜ਼ ਅ ਮੈਂਬਰ ਆਫ ਲੋਕ ਸਭਾ ਫਸਟ ਦਾ ਸਟੇਟਮੈਂਟ ਕੀ ਕਹਿ ਰਹੀ ਹੈ ਕਿ ਅਗਰ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ ਤਾਂ ਤੁਹਾਨੂੰ ਲੋਕ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਲੋਕ ਸਭਾ ਦੇ ਵਿੱਚ ਮਤਲਬ ਲੋਕ ਸਭਾ ਦਾ ਹਾਂਜੀ ਇਹੀ ਕਹਿ ਰਹੀ ਹੈ ਕਿ ਲੋਕ ਸਭਾ ਦਾ ਜਿਹੜਾ ਮੈਂਬਰ ਹੋਣਾ ਜ਼ਰੂਰੀ ਹੈ ਸੈਕੰਡ ਸਟੇਟਮੈਂਟ ਕੀ ਕਹਿ ਰਹੀ ਹੈ ਆ ਮੈਂਬਰ ਆਫ ਅ ਸਟੇਟ ਲੈਜਿਸਲੇਟਿਵ ਅਸੈਂਬਲੀ ਕੈਨ ਸੀਕ ਇਲੈਕਸ਼ਨ ਟੂ ਦੈਟ ਆਫਿਸ ਕੋਈ ਵੀ ਮੈਂਬਰ ਕਿਸੇ ਵੀ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚੋਂ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਇਲੈਕਸ਼ਨ ਆ ਉਹ ਕੀ ਕਰ ਸਕਦਾ ਜੀ ਲੜ ਸਕਦਾ ਬਿਲਕੁਲ
बिल्कुल जी। उस तो बाद थर्ड की है जी, द टर्म ऑफ ऑफिस ऑफ द वाइस प्रेजिडेंट इज द सेम एज दैट ऑफ प्रेजिडेंट। की कह रही है जी थर्ड स्टेटमेंट कि प्रेजिडेंट और वाइस प्रेजिडेंट का जिहड़ा ऑफिस होगा ਉਹਦਾ ਜਿਹੜਾ ਟੈਨਿਓਰ ਹੈ ਉਹਦੀ ਸੇਮ ਦੀ ਗੱਲ ਕੀਤੀ ਹੈ, ਮਤਲਬ ਟਰਮ ਆਫ ਆਫਿਸ ਮਤਲਬ ਟੈਨਿਓਰ ਦੀ ਗੱਲ ਕੀਤੀ ਹੋਈ ਹੈ ਜੀ, ਤਾਂ ਮਤਲਬ ਸੇਮ ਹੈ ਜੀ। ਇੱਕ ਤਾਂ ਥਰਡ ਸਟੇਟਮੈਂਟ ਇਹ ਚੀਜ਼ ਕਹਿ ਰਹੀ ਹੈ। ਫੋਰਥ ਸਟੇਟਮੈਂਟ ਕੀ ਕਹਿ ਰਹੀ ਹੈ ਜੀ, he can removed through a formal impeachment। ठीक है, की प्रेजिडेंट ਨੂੰ सॉरी वाइस प्रेजिडेंट ਨੂੰ फॉर्मल इंपीचमेंट ਦੇ ਥਰੂ ਕੀ ਕੀਤਾ ਜਾ ਸਕਦਾ, ਰਿਮੂਵ ਕੀਤਾ ਜਾ ਸਕਦਾ। ਮਤਲਬ ਕੀ ਹੈ, ਫੋਰਥ ਸਟੇਟਮੈਂਟ ਕਹਿ ਰਹੀ ਹੈ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਫਾਰਮਲ ਇੰਪੀਚਮੈਂਟ ਦੇ ਥਰੂ ਰਿਮੂਵ ਕੀਤਾ ਜਾ ਸਕਦਾ। ਤਾਂ ਦੇਖੋ ਜੀ ਹੁਣ ਆਪਾਂ 1 ਬਾਈ 1 ਸਮਝਦੇ ਹਾਂ। ਦੇਖੋ ਜੀ ਵਾਈਸ ਪ੍ਰੈਜ਼ੀਡੈਂਟ ਤੁਹਾਨੂੰ ਪਤਾ ਹੀ ਹੈ ਜੀ, ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਟੈਨਿਓਰ ਹੁੰਦਾ ਉਹ ਬਿਲਕੁਲ, ਜਿਹੜੀ ਥਰਡ ਸਟੇਟਮੈਂਟ ਉਹ ਤਾਂ ਬਿਲਕੁਲ ਸਹੀ ਹੀ ਸਹੀ ਹੈ ਕਿ ਵਾਈਸ ਪ੍ਰੈਜ਼ੀਡੈਂਟ ਔਰ ਪ੍ਰੈਜ਼ੀਡੈਂਟ ਦਾ ਜਿਹੜਾ ਟੈਨਿਓਰ ਆ ਬਿਲਕੁਲ ਸੇਮ ਹੁੰਦਾ, ਦੋਨਾਂ ਦਾ ਜਿਹੜਾ ਟੈਨਿਓਰ ਹੁੰਦਾ 5 ਸਾਲਾਂ ਦੇ ਲਈ ਹੁੰਦਾ। ਹੁਣ ਗੱਲ ਆਉਂਦੀ ਹੈ ਜੀ ਫਸਟ ਸਟੇਟਮੈਂਟ ਤੋਂ ਸ਼ੁਰੂ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਬਣਨ ਦੇ ਲਈ ਲੋਕ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ। ਦੇਖੋ ਜੀ ਫਸਟ ਆਫ ਆਲ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈ, ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਨਾ ਹੀ ਉਹ ਲੋਕ ਸਭਾ ਦਾ ਮੈਂਬਰ ਹੁੰਦਾ, ਨਾ ਹੀ ਉਹ ਰਾਜ ਸਭਾ ਦਾ ਮੈਂਬਰ ਹੁੰਦਾ। ਅਗਰ ਕੋਈ ਵੀ ਬੰਦਾ ਕੁਆਲੀਫਾਈ ਕਰਦਾ ਹੈ ਲੋਕ ਸਭਾ ਦੇ ਮੈਂਬਰ ਦੇ ਵਿੱਚੋਂ ਐਜ਼ ਅ ਵਾਈਸ ਪ੍ਰੈਜ਼ੀਡੈਂਟ, ਤਾਂ ਉਹਨੂੰ ਆਪਣੀ ਜਿਹੜੀ ਪਾਰਟੀ ਹੈ ਐਜ਼ ਅ ਜਿਹੜਾ ਮੈਂਬਰ ਹੁੰਦਾ ਲੋਕ ਸਭਾ, ਉਹਨੂੰ ਛੱਡਣਾ ਪੈਂਦਾ ਹੈ। ਠੀਕ ਹੈ ਜੀ, ਅਗਰ ਉਹ ਰਾਜ ਸਭਾ ਦਾ ਮੈਂਬਰ ਹੈ ਚਾਹੇ ਲੋਕ ਸਭਾ ਦਾ ਮੈਂਬਰ ਹੈ, ਅਗਰ ਕੋਈ ਵੀ ਬਣਦਾ ਹੈ ਵਾਈਸ ਪ੍ਰੈਜ਼ੀਡੈਂਟ ਤਾਂ ਉਹਨੂੰ ਆਪਣੀ ਜਿਹੜੀ ਉਹ ਚੀਜ਼ ਆ ਛੱਡਣੀ ਪੈਂਦੀ ਹੈ ਜੀ, ਆਪਣੀ ਜਿਹੜੀ ਉਹ ਪੋਸਟ ਆ ਛੱਡਣੀ ਪਏਗੀ ਤਾਂ ਹੀ ਉਹ ਵਾਈਸ ਪ੍ਰੈਜ਼ੀਡੈਂਟ ਬਣਦਾ ਹੈ। ठीक है, तो वाइस प्रेजिडेंट ना ही लोक सभा का मैंबर होंगे ना ही अपने पास राज्य सभा का मैंबर होंगे, तो फर्स्ट स्टेटमेंट तो अपने पास की होगी जी, अपनी गलत होगी। ठीक है, हुण आपां सैकेंड स्टेटमेंट देखते हैं कि कोई भी लैजिसलेटिव असैंबली दे विचों इस इलैक्शन दे विच पार्टिसिपेट कर सकदा। हाँ जी बिल्कुल सही है जी, दूसरी स्टेटमेंट भी बिल्कुल सही है कि कर सकदा। उस तो बाद फोर्थ स्टेटमेंट की गल आती है कि जिहड़ा प्रेजिडेंट नूं फॉर्मल इंपीचमेंट के थ्रू मतलब रिमूव किया जाता है, तो नहीं जी ये भी गलत है। देखो जी फॉर्मल इंपीचमेंट की किहदे उपर चलती है, फॉर्मल इंपीचमेंट प्रेजिडेंट के उपर चलती है। ठीक है जी, तो प्रेजिडेंट फॉर्मल इंपीचमेंट सुन लो जी की होंदी है, मतलब जदों प्रेजिडेंट है जिहड़ा कॉन्स्टिट्यूशन दी प्रोविजनस के अकॉर्डिंग काम नहीं करता, ठीक है, या कॉन्स्टिट्यूशन दी प्रोविजनस के अगेंस्ट हो जाता, तो उस टाइम दे विच जिहड़ी प्रेजिडेंट के उपर इंपीचमेंट लगती है उन्होंने आपां फॉर्मल इंपीचमेंट बोलते हैं। ठीक है जी, तो एक पहला तो उसदे रेजोल्यूशन पास किया जाता, फिर 14 डेज़ का नोटिस भेजा जाता, फिर मेजोरिटी दे नाल ओह पास हुंदा है, फिर दूसरे हाउस दे विच ऐदां करके जिहड़ी इंपीचमेंट हुंदी है फॉर्मल इंपीचमेंट हुंदी है प्रेजिडेंट की। पर जिहड़ी वाइस प्रेजिडेंट की इंपीचमेंट हुंदी है वो सिंपली की किया जाता जी, क्योंकि वाइस प्रेजिडेंट राज्य सभा का जिहड़ा चेयरमैन हुंदा है, तो राज्य सभा दे विच की हुंदा जी, सब तो पहला एक रेजोल्यूशन पास किया जाता है, रेजोल्यूशन पास करके दूसरे हाउस के अप्रूव करवा लिया जाता है, उन्होंने अप्रूव करवाने तो बाद सिंपल मैजोरिटी के नाल, और उस तो बाद अप्रूव करवाने तो बाद जिहड़ा वाइस प्रेजिडेंट नूं हटा दिता जाता है। ठीक है, तो वाइस प्रेजिडेंट के उपर फॉर्मल इंपीचमेंट नहीं हुंदी, फॉर्मल इंपीचमेंट हुंदी है जी अपने पास किहदे उपर, प्रेजिडेंट के उपर। तो अपनी ये नाल फोर्थ स्टेटमेंट भी की हो जाती है, गलत हो जाती है। तो ये उन्होंने नॉट करैक्ट पूछा सी, तो अपना आंसर की आ जाएगा 1 एंड 4। ठीक है जी, तो सी आंसर। तो इसलिए जिहड़ा पॉलिटी दे विच जो भी थोड़ी इकल्ला इकल्ला कीवर्ड दिता है उहदे उपर भी तुसी काफ़ी गौर दे नाल मतलब उन्होंने ध्यान दे नाल पढ़ना है। ठीक है जी, की कह रहे हो, फिर ही उस तो बाद तुसी की है जी आंसर करना है। ठीक है जी, ये भी कोऑपरेटिव इंस्पैक्टर का प्रीवियस ईयर क्वेश्चन है जी। चलो हुण आपां अगे चलते हैं जी। नैक्सट जो क्वेश्चन पूछा होया जी, रोल ऑफ कैग के बारे पूछा होया जी। ठीक है जी, कैग के बारे क्वेश्चन है जी। फर्स्ट स्टेटमेंट की कह रही है, कैग इज कॉल्ड द फ्रेंड ऑफ फिलोसफर एंड गाइड ऑफ द पब्लिक अकाउंट कमेटी ऑफ पार्लीमेंट। ठीक है जी, कि जिहड़ा कैग हुंदा जी वह गाइड करता है, ठीक है, एज अ गाइड के तरीके नाल काम करता है पब्लिक अकाउंट कमेटी ऑफ पार्लीमेंट। ठीक है जी, फर्स्ट स्टेटमेंट तो ये चीज़ कह रही है। सैकेंड की कह रहा है, इट हैज़ नो कंट्रोल ओवर द इशू ऑफ मनी फ्रॉम द कंसोलीडेटेड फंड ऑफ इंडिया। कंसोलीडेटेड फंड ऑफ इंडिया की हुंदा जी, आपने ये भी देख लिया। गल हो रही है नो कंट्रोल की, किहदा कंट्रोल नहीं हुंदा। ठीक है जी, किहदा कंट्रोल हुंदा किहदा नहीं हुंदा, अपन ये भी चीज़ पढ़ ली सीगी। इट इज़ कंसर्न ओनली एट द ऑडिट स्टेज व्हेन द एक्सपेंडिचर हैज़ ऑलरेडी बीन टेकन प्लेस। कि यह ऑडिट स्टेज के उपर ही काम करता। ऑडिट स्टेज का मतलब की हुंदा है कि जो खर्चा हो जाता है, ठीक है, सरकार ने खर्चा कर लिया, उस तो बाद यदा काम सिर्फ उन्होंने ऑडिट करना है, देखना है कि कित्थे कित्थे जो खर्चा होया फेयर तरीके नाल होया या नहीं होया। ठीक है जी, सिर्फ यदा काम ऑडिट करना हुंदा, यदा कोई कंट्रोल नहीं हुंदा, ये गल पूछ रहे हैं। तो देखो जी इस क्वेश्चन का आंसर है तुसीं मैनूं कमेंट सैक्शन दे विच करोगे। उस तो बाद आपां जिहड़ी नैक्सट अपनी जिहड़ी सीरीज़ है इहनूं आपां कंटिन्यू करांगे, तो उहदे विच आपां इहनूं डिटेल च डिस्कस करांगे। पर उस तो पहलां यह क्वेश्चन है तुसीं खुद की करना है जी, इहनूं आंसर करना है जी कमेंट सैक्शन दे विच। तां इह सीगे जी अज दे अपने पॉलिटी दे जिहड़े प्रीवियस ईयर MCQs ने जी।
ਤਾਂ ਦੇਖੋ ਜੀ, ਅਗਰ ਤੁਸੀਂ ਸਟੈਟਿਕ ਸਬਜੈਕਟ ਪੜ੍ਹ ਰਹੇ ਹੋ ਤਾਂ ਨਾਲ-ਨਾਲ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਜਿਹੜਾ ਕਰਨਾ ਕਾफ़ੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਤਾਂ ਤੁਹਾਨੂੰ ਪਤਾ ਚੱਲੇਗਾ ਜੀ ਕਿੰਨੀ ਕੁ ਡੈਪਥ ਦੇ ਵਿੱਚ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ, ਕਿੱਦਾਂ-ਕਿੱਦਾਂ ਕੁਐਸਚਨ ਨੇ ਜਿਹੜੇ ਫਰੇਮ ਹੁੰਦੇ ਨੇ, ਤਾਂ ਤੁਹਾਡਾ ਜਿਹੜਾ ਮਾਈਂਡ ਆਟੋਮੈਟਿਕਲੀ ਉਸ ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਸਟਾਰਟ ਕਰ ਦਿੰਦਾ ਹੈ, ਠੀਕ ਹੈ ਜੀ। ਤਾਂ ਇਸੀ ਲਈ ਆਪਣਾ ਪੋਲਿਟੀ ਅਗਰ ਤੁਸੀਂ ਕਰ ਰਹੇ ਹੋ, ਜਿੱਥੋਂ ਵੀ ਕਰ ਰਹੇ ਹੋ, ਤਾਂ ਨਾਲ-ਨਾਲ ਪ੍ਰੀਵੀਅਸ ਈਅਰ ਜਿਹੜੇ ਪੇਪਰਸ ਨੇ ਉਹਨਾਂ ਨੂੰ ਵੀ ਸੋਲਵ ਕਰੋ, MCQ ਵੀ ਸੋਲਵ ਕਰੋ, ਤਾਂ ਕਿ ਤੁਸੀਂ ਇੱਕ ਬੈਟਰ ਹੋਲਡ ਬਣਾ ਸਕਦੇ ਹੋ ਉਸ ਸਬਜੈਕਟ ਦੇ ਉੱਪਰ ਆਪਣਾ, ਠੀਕ ਹੈ ਜੀ। ਸੋ ਇਟਸ ਆਲ ਅਬਾਊਟ ਟੂਡੇ, ਥੈਂਕ ਯੂ ਟੂ ਆਲ ਆਫ ਯੂ।